ਧੰਨ ਵਾਹਿਗੁਰੂ। ਸਾਹਿਬ ਜੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। जब गुर बोलहै तब बिस्म होए जाए। हम जैसे अपराधी अवर कोई राखै। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। जो बोला अवह त्यों बोलह स्वामी। कुदरत कवन हमारी साध संग नानक जस गायो। जो प्रभ की अत प्यारी साध संग नानक जस गायो। जो प्रभ की अत प्यारी परम सन्मानित सत्कारयोग सतगुरां दी पावन पवित्र हजूरी अंदर जुड़ मिल बैठे सतसंगी जनों, गुरबख्शी फतेह स्वीकार करियो। कोई भी रसना वांझी ना रहे। गुरु चरणां दा ध्यान धरदे होए असीसां बख्शो। उचारण करो जी। वाहिगुरु जी का खालसा वाहिगुरु जी की फतेह। गुरु गरीब निवाज करोड़ा ब्रह्मंडां दे मालक उपमा स्वरूप कृपालु दयालु अंतरजामी चवर तखत छतरां दे मालक जुगो हो जुग अटल धन 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 साहिब सतगुरु श्री गुरु ग्रंथ साहिब महाराज सच्ची पातशाह जी।
ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਕੌਮ ਦੇ ਮਹਾਨ ਸ਼ਹੀਦ, ਮਹਾਨ ਜਰਨੈਲ ਸਿੰਘ ਸਾਹਿਬ ਧੰਨ 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 ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ ਕੌਮ ਦੇ ਮਹਾਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਨਾਲ ਨਿਵਾਜੀ ਪਾਵਨ ਧਰਤੀ, ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੰਧਿਆ ਦੇ ਦੀਵਾਨ ਅੰਦਰ ਆਪ ਜੀ ਦੂਰੋਂ ਨੇੜੋਂ ਚੱਲ ਕੇ ਸੰਗਤ ਰੂਪ ਅੰਦਰ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਸਤ ਸੰਗਤ ਕਰਨ ਦਾ, ਗੁਰੂ ਗੋਦ ਅੰਦਰ ਬੈਠਣ ਦਾ। ਕਥਾ ਕੀਰਤਨ ਵਿਚਾਰਾਂ ਦੇ ਨਾਲ ਜੁੜਨ ਦਾ ਸਤਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਹੀ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬੀਬੀਆਂ ਦੇ ਜਥੇ ਦੇ ਪਾਸੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ। ਉਪਰੰਤ ਸਤਿਗੁਰੂ ਦੀ ਕਿਰਪਾ ਨਾਲ ਗੁਰਬਾਣੀ ਦਾ ਕੀਰਤਨ ਔਰ ਆਪ ਜੀ ਦੇ ਨਾਲ ਕਵਿਤਾ ਦੇ ਰੂਪ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਿਮਾ ਸਾਂਝੀ ਕਰਦੇ ਪਏ ਸਨ ਗਾ ਕੇ। ਕੁਝ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚੱਲ ਰਹੇ ਉਸ ਜੀਵਨ ਇਤਿਹਾਸ ਦੇ ਨਾਲ ਆਪਾਂ ਸਾਰਿਆਂ ਨੇ ਜੁੜਨ ਦਾ ਯਤਨ ਕਰਨਾ ਹੈ ਤੇ ਮੈਂ ਬੇਨਤੀ ਕਰਾਂਗਾ ਸਾਰੀ ਹੀ ਸੰਗਤ ਨੂੰ ਬੜੀ ਇਕਾਗਰਤਾ ਦੇ ਨਾਲ, ਗੱਲਾਂ ਤੋਂ ਸੰਕੋਚ ਕਰਕੇ, ਸਟੇਜ ਦੇ ਪਿੱਛੋਂ ਵੀ ਆਵਾਜ਼ ਆਉਂਦੀ ਹੈ, ਤੁਹਾਨੂੰ ਵੀ ਬੇਨਤੀ ਕਿਰਪਾ ਕਰੋ ਕੁਝ ਸਮਾਂ ਇਕਾਗਰਤਾ ਦੇ ਵਿੱਚ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਗੁਰਬਾਣੀ ਇਤਿਹਾਸ ਦੇ ਨਾਲ ਅਸੀਂ ਜੁੜ ਜਾਈਏ। ਜਿਹੜੇ ਆ ਦਿਨ ਚੱਲਦੇ ਪਏ ਨੇ, ਇਹਨਾਂ ਦਿਨਾਂ ਦਾ ਸਾਨੂੰ ਪਤਾ ਹੋਵੇ ਕਿ ਕੀ ਕੁਝ ਵਾਪਰਿਆ, ਔਰ ਇਹ ਵੀ ਆਪ ਜੀ ਨੂੰ ਬੇਨਤੀ ਕਰਾਂ, ਅੱਜ ਗੁਰੂ ਕੇ ਲਾਲਾਂ ਦੀ ਪਹਿਲੀ ਪੇਸ਼ੀ ਦਾ ਜ਼ਿਕਰ ਕੀਤਾ ਜਾਂਦਾ, ਕਈ ਦੂਸਰੀ ਵੀ ਲਿਖਦੇ ਆ, ਕਿਉਂਕਿ 10, 11 ਤੇ 12 ਪੋ 3 ਦਿਨ ਪੇਸ਼ੀ ਸੀ। 12 ਨੂੰ ਤਾਂ ਫੈਸਲਾ ਹੋ ਗਿਆ, 13 ਨੂੰ ਸ਼ਹਾਦਤ ਹੁੰਦੀ ਹੈ। ਔਰ ਕੱਲ੍ਹ ਰੋਜ਼ ਆਪ ਜੀ ਦੇ ਨਾਲ ਆਉਣ ਵਾਲਾ ਜਿਹੜਾ ਕੱਲ੍ਹ ਦਾ ਦਿਨ ਹੈ 12 ਪੋ ਗੁਰੂ ਕੇ ਲਾਲਾਂ ਦੀ ਆਪਾਂ ਫਿਰ ਗਾਥਾ ਸਾਂਝੀ ਕਰਾਂਗੇ। ਮਹਾਰਾਜ ਦਸਮ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਜਿੱਥੋਂ ਆਪਾਂ ਛੱਡਿਆ ਸੀ ਗੱਲ, ਉੱਥੋਂ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਕਿਉਂਕਿ ਪੰਧ ਆਪਾਂ ਕਾਫੀ ਲੰਬਾ ਸਾਂਝਾ ਕਰਦੇ ਹਾਂ ਹਰ ਰੋਜ਼। ਆਪ ਜਿਤਨੇ ਵੀ ਗੁਰੂ ਹਜ਼ੂਰੀ ਅੰਦਰ ਸੰਗਤ ਰੂਪ ਵਿੱਚ ਹਾਜ਼ਰੀ ਭਰ ਰਹੇ ਹੋ ਜਾਂ ਬਾਹਰ ਜਿੱਥੇ ਜਿੱਥੇ ਵੀ ਸੰਗਤ ਪਾਵਨਾ ਸਹਿਤ ਸਤਿਗੁਰੂ ਜੀ ਦਾ ਪਾਵਨ ਜੀਵਨ ਇਤਿਹਾਸ ਗੁਰਬਾਣੀ ਕਥਾ ਰਾਹੀਂ ਆਪ ਜੀ ਸਰਵਣ ਕਰਦੇ ਪਏ ਹੋ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਮਨ ਬਿਰਤੀ ਇਕਾਗਰ ਕਰਕੇ ਰਸਨਾ ਪਵਿੱਤਰ ਕਰੋ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਜੀ ਦੀ ਕਿਰਪਾ ਨਾਲ
ਸ਼੍ਰੀ ਗੁਰੂ ਸ਼ੋਭਾ ਜੀ ਦੇ ਅੰਦਰ ਕਵੀ ਸੈਨਾਪਤ ਜੀ ਨੇ ਬਹੁਤ ਸੁੰਦਰ ਬਚਨ ਕਹੇ ਨੇ। ਉਹਨਾਂ ਪਹਿਲਾ ਸ਼ਬਦ ਵਰਤਿਆ ਕਿ ਨਿਰੰਕਾਰ ਅਪਾਰਗਤ ਬਹੁਵਿਧ ਕੀਓ ਵਿਸਥਾਰ, ਸਭੈ ਛਾੜ ਛਿਨਮੈ ਦਿਓ ਰਹਿਓ ਸੋ ਏਕੰਕਾਰ। ਕਿ ਜਿੰਨਾ ਵੀ ਵਿਸਥਾਰ ਕੀਤਾ ਹੋਇਆ ਸਾਰੀ ਦੁਨੀਆ ਦਾ, ਇਹ ਪਰਮਾਤਮਾ ਪਰਮੇਸ਼ਰ ਦਾ ਕੀਤਾ ਹੋਇਆ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਕਿਉਂਕਿ ਉਹ ਆਪ ਇੱਕ ਹੈ, ਇੱਕ ਤੇ ਅਨੇਕਤਾ ਉਹਨਾਂ ਨੇ ਪੈਦਾ ਕੀਤੀ ਹੈ। ਜੀਵ ਜੰਤੂ 84 ਲੱਖ ਜੂਨ ਬਣਾਈ, ਔਰ ਇਹਨਾਂ ਨੂੰ ਪੈਦਾ ਕਰਕੇ ਪਰਮਾਤਮਾ ਨੇ ਵਿਸਥਾਰ ਕਰਕੇ ਇਹਨਾਂ ਦੇ ਵਿੱਚ ਵਸਿਆ ਵੀ ਆਪ। ਤੇ ਜਦੋਂ ਉਸ ਪਰਮਾਤਮਾ ਦੀ ਮਰਜ਼ੀ ਵਰਤੀ, ਉਹਨੂੰ ਆਪਣੇ ਮਨ ਦੇ ਵਿੱਚ ਇਸ ਗੱਲ ਦਾ ਜਦੋਂ ਉਹਨਾਂ ਨੂੰ ਖਿਆਲ ਆਇਆ ਕਿ ਜਿੰਨਾ ਕੁਝ ਸ੍ਰਿਸ਼ਟੀ ਤੇ ਰਚਿਆ ਪਰਮਾਤਮਾ ਨੇ ਇੱਕ ਛਿਣ ਦੇ ਵਿੱਚ ਹੀ ਸਾਰਾ ਕੁਝ ਖਤਮ ਕਰ ਦਿੱਤਾ। ਹੁਣ ਇੱਥੇ ਧਿਆਨ ਦੇ ਵਿੱਚ ਇਹ ਗੱਲ ਰੱਖਣੀ ਕਿ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਜਦੋਂ ਇਹ ਸੰਸਾਰ ਧਰਤੀ ਨਹੀਂ ਸੀ ਬਣਾਈ, ਉਹਦੀ ਹੋਂਦ ਉਦੋਂ ਵੀ ਮੌਜੂਦ ਸੀ। ਅੱਜ ਸਭ ਕੁਝ ਬੜਿਆ, ਉਹਦੀ ਜਿਹੜੀ ਹੋਂਦ ਹੈ ਪਰਮਾਤਮਾ ਅੱਜ ਵੀ ਮੌਜੂਦ ਹੈ। ਜਦੋਂ ਸਭ ਕੁਝ ਖਤਮ ਹੋ ਜਾਏਗਾ, ਉਹਦੀ ਹੋਂਦ ਉਸੇ ਤਰ੍ਹਾਂ ਬਰਕਰਾਰ ਰਹਿਣੀ, ਉਹ ਖਤਮ ਨਹੀਂ ਜੀ ਹੋਣੀ। ਇਸੇ ਨੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੂਲ ਮੰਤਰ ਦੇ ਅੰਦਰ ਪਾਵਨ ਬਚਨ ਕਹੇ। ਆਪਾਂ ਪੜ੍ਹਦੇ ਹਾਂ ਕਿ ਆਦਿ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਇਸੇ ਹੀ ਪੰਗਤੀ ਦੇ ਜਿਹੜੇ ਅਰਥ ਨਿਰੰਕਾਰ ਅਪਾਰਗਤ ਬਹੁਵਿਧ ਕੀਓ ਵਿਸਥਾਰ, ਸਭੈ ਛਾੜ ਛਿਨਮੈ ਦਿਓ ਰਹਿਓ ਸੋ ਏਕੰਕਾਰ। ਮੈਂ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾ ਪਵਿੱਤਰ ਜਿਹੜਾ ਜੀਵਨ ਹੈ, ਇਸ ਸ਼ਬਦ ਦੀ ਮੱਥਾ ਟੇਕਦਿਆਂ ਨਮਸਕਾਰ ਕਰਦਿਆਂ ਮੇਰੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਇਸ ਸ਼ਬਦ ਦੇ ਅਰਥ ਇਹ ਤੋਂ ਉੱਤੇ ਕੁਝ ਮੇਰਾ ਖਿਆਲ ਨਹੀਂ ਜੀ ਹੋ ਸਕਦੇ ਕਿ ਜਿਹੜਾ ਮਾਛੀਵਾੜੇ ਦੇ ਜੰਗਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਰੀਰ ਤਨ ਤੇ ਹੰਢਾ ਕੇ ਕਰ ਲਏ। ਕੱਲ ਵੀ ਬੇਨਤੀ ਕੀਤੀ ਸੀ ਕਿ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਪਟਨਾ ਸਾਹਿਬ ਤੋਂ ਗੱਲ ਸ਼ੁਰੂ ਹੁੰਦੀ ਹੈ। ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਐਡਾ ਕੁ ਵੱਡਾ ਵਿਸਥਾਰ ਸਤਿਗੁਰਾਂ ਨੇ ਬੰਨਿਆ। ਪਿਤਾ ਦੀ ਸ਼ਹਾਦਤ ਤੋਂ ਬਾਅਦ ਸੰਗਤ ਆਉਂਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਥੀ ਘੋੜੇ ਸ਼ਾਸਤਰ ਰਸਤਾਂ ਬਸਤਾਂ ਜਵਾਨੀਆਂ ਭੇਟਾ ਕਰਦੇ ਨੇ। ਬਹੁਤ ਵੱਡਾ ਵਿਸਥਾਰ ਹੋ ਗਿਆ। ਤੇ ਪਿਛਲੇ ਦਿਨਾਂ 'ਚ ਤੁਸੀਂ ਸੁਣਿਆ ਇੱਕ ਵਕਤ ਉਹ ਵੀ ਆਇਆ, ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣਾ ਪਿਆ, ਪਰਿਵਾਰ ਸਰਸਾ ਤੇ ਵਿਛੜਿਆ। ਚਮਕੌਰ ਦੀ ਗੜੀ ਦੇ ਵਿੱਚ 2 ਪੁੱਤਰ ਸ਼ਹੀਦ ਹੁੰਦੇ ਆ, 5 ਪਿਆਰਿਆਂ ਦੇ ਵਿੱਚੋਂ 3 ਤਕਰੀਬਨ ਇਤਿਹਾਸ ਕਹਿੰਦਾ 40 ਦੀ ਗਿਣਤੀ ਮਿਲਦੀ ਹੈ ਜੀ ਜੋ ਸ਼ਹਾਦਤ ਦਾ ਜੰਮ ਪੀਂਦੇ ਨੇ। ਜਿਸ ਦਿਨ ਬਹੁਤਾ ਇਕੱਠ ਨਾਲ ਸਿੱਖ ਸੰਗਤ ਹਾਥੀ ਘੋੜੇ ਵੀ ਚੌਰਾ ਕਰਦੇ ਸਨ, ਵਿਸਥਾਰ ਉਦੋਂ ਵੀ ਸਤਿਗੁਰਾਂ ਦਾ ਉਸੇ ਤਰ੍ਹਾਂ ਹੋਂਦ ਬਰਕਰਾਰ ਸੀ ਜੀ। ਅੱਜ ਜੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਸਤਿਗੁਰੂ ਇਕੱਲੇ ਨੇ, ਕੋਲ ਕੁਝ ਨਹੀਂ, ਨਾ ਕਲਗੀ, ਨਾ ਤੋੜਾ, ਨਾ ਜੋੜਾ, ਨਾ ਘੋੜਾ, ਕੁਝ ਵੀ ਕੋਲ ਨਹੀਂ। ਸਤਿਗੁਰੂ ਸਭ ਕੁਝ ਨਿਸ਼ਾਵਰ ਕਰਿਆ ਆ, ਔਰ ਆਰਾਮ ਦੇ ਨਾਲ ਆਨੰਦ ਦੇ ਵਿੱਚ ਪਰਮਾਤਮਾ ਜੀ ਦੀ ਰਹਿਮਤ ਦੇ ਨਾਲ ਉਸ ਟਿੰਡ ਦਾ ਉਸਰਾੜਾ ਕਰਕੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਕੰਡਿਆਂ ਦੀ ਛੇਜ ਦੇ ਉੱਤੇ ਮੇਰੇ ਸਾਹਿਬ ਜੀ ਪਏ ਹੋਏ ਆਈ ਬਚਨ ਕਰਦੇ ਪਏ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਹੁਣ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੰਡਿਆਂ ਦੀ ਛੇਜ ਤੋਂ ਜਦੋਂ ਪਿਆਰੇ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਜੀ ਆਏ ਆ, ਮੈਂ ਕੱਲ ਬੇਨਤੀ ਜਿੱਥੋਂ ਛੱਡੀ ਸੀ ਉੱਥੋਂ ਗੱਲ ਸਾਂਝੀ ਕਰਨ ਲੱਗਿਆ ਇਤਿਹਾਸ ਦੀ, ਇਹਨੂੰ ਧਿਆਨ ਦੇ ਵਿੱਚ ਰੱਖਣਾ। ਜਾਂ ਇੱਥੋਂ ਤੱਕ ਆਪਾਂ ਇੰਜ ਕਹਿ ਦਈਏ ਵੀ ਇਸ ਸ਼ਬਦ ਨੂੰ ਜਿਵੇਂ ਨਿਰੰਕਾਰ ਅਪਾਰਗਤ, ਇੱਥੇ ਗੁਰਬਿਲਾਸ ਦੇ ਅੰਦਰ
बहुत सुंदर बचन कहे गए कि सुत दारा तन धाम अरथ है गए सगल सिंगार सब विभूत को छोड़ के भयो सो एक अंकार। कहते सुत दारा पुत्र करवल महल सतगुरां दे तन धाम जो कुछ सी घर बार हाथी घोड़े सब कुछ छड़ के ना मेरे साहिब सतगुरु महाराज सच्चे पा। आ फिर जी एक पंक्ति आप पढ़ी ना कि सब विभूत को छोड़ के, विभूत मिट्टी कह दईए ना, सो सब कुछ छड़ के एक मिट्टी दे समान समझ के सतगुरु पातशाह भयो सो एक अंकार सब कुछ छड़ के मेरे दाता आ गए। ते एक आपां पवित्र गुरु तेग बहादुर साहब जी का गुरबाक आपां हर रोज़ साझा करते हैं। अज महाराज का हुक्मनामा साहब भी वही आया, तुसीं सारिਆਂ ने पढ़िया ना कि जिहदे विच साहिब सतगुरु जी कहते ने कि जो नर दुख मैं दुख नहीं मारना सुख स्नेह अर पै नहीं डाकै कंचन माटी मन। मेरे साहिब सतगुरु गुरु कलगीधर पातशाह दुख नूं दुख सतगुरां ने समझिया ही नहीं। जो नर दुख मैं दुख नहीं मारना सुख स्नेह अर पै नहीं डाकै कंचन माटी मन। अज सतगुरु गुरु गोबिंद सिंह साहब महाराज सच्चे पातशाह जी जदों खूह ते आए ना, इत्थे फिर गुलाबे पंजाबे का जिहड़ा नौकर है इहने आके गुलाबे पंजाबे नूं दस्सिया, कहन लगे जी जिस गुरु गोबिंद सिंह जी दे आप जी रोज़ बचन सुणाउंदे हो, कहंदे तुहाडे खेत दे विच अपने खूह दे उत्ते सतगुरु गुरु गोबिंद सिंह जी आए ने, नाल उन्हां दे 3 सिख होर ने। गुलाबा पंजाबा सतगुरां दे कोल आए। महाराज सच्चे पातशाह जी का जदों हालात देखे ना, जिहड़ा हाल देखिया, सीस ते कलंगी नहीं भाई संगत सिंह नूं दे आए। बाणा सी जिहड़ा बाणा फटिया पिया सतगुरु जी का, और साहिब सतगुरु पातशाह जी का जिहड़ा बाणा है ना, वो जिहड़ियां कंडियां ने बिल्कुल कहंदे भी झाड़ां दे कंडियां ने बिल्कुल फाड़ दिता है जी बाणा। ते सतगुरु पातशाह जी की पजामी भी फटी पई है, चरनां नूं सोज आई है, सतगुरु जी दे खून निकली जांदा है जी चरनां दे विचों। अज साहिब सतगुरु पातशाह जी नूं देखदियां सार दोनों भरावां ने नमस्कार कीती, मत्था टेकिया ते अपने बेनती करके सतगुरां नूं कहंदे दाता जी आप किरपा करो साडे घर दे विच चरण पाओ, तुहाडा दिता सब कुछ है, सतगुरु जी सेवा करांगे। अज महाराज नूं जदों घर लेके आए, इतिहास कहंदे जी अज मैं एक स्रोत दे विच हो रहे जिक्र पढ़िया कि महाराज सच्चे पातशाह जी दे लई ना इत्थे नाल दुध गर्म किया गया ते दुध दे विच चुहारे पाए गए ने, क्योंकि ठंड का दिन है जी, सर्दियां ने। ते महाराज सच्चे पातशाह जी का जदों इशनान कराउंदे पे आ गुरु गोबिंद सिंह जी का ना, महाराज का जिहड़ा कशहरा सी जी, इतिहास इत्थों तक कहंदे भी महाराज सच्चे पातशाह ना बन के उपर दी जदों दूरा वल मारदे ते ओहदे उत्तों दी कहंदे 2-2 इंच मास फिरिया पिया जी। 101 घंटा हो गया जंग कीतिया नूं, किते इशनान का समा नहीं जे मिलियागा। अज भाई गुलाबे पंजाबे दे घर इशनान कीता है। याद रखना 6 पोह दे सतगुरु जी चले हुए ने आनंदपुर साहब तो। 7 पोह दी सवेर नूं परिवार विछड़िया, सारी रात लंघी जंग करदियां, सारा दिन लंघ गया। 7 पोह दी शाम नूं चमकौर साहब आउंदे ने, ਉਹ रात चमकौर साहब की गढ़ी विच बतीत की। 8 पोह का सारा दिन जंग करदियां निकलिया। 8 पोह की रात नूं सतगुरु जी 5 का हुक्म मन के मेरे दाता ने चमकौर साहब की गढ़ी नूं छड्डिया ते इधरों 9 पोह का सारा दिन चलते रहे ते 9 पोह की रात नूं सतगुरु माछीवाड़े दे आ जिहड़ी रात लंघ के गई है, उस तो जिहड़ी पिछली रात लंघी सतगुरु उत्थे रहे। कल का जिहड़ा दिन सी, कल भाई गुलाबा पंजाबा अपने घर लिया, अज दे दिन भी महाराज माछीवाड़े दे विच गुलाबे पंजाबे दे घर है। इत्थे फिर सतगुरु जी का इशनान कराया गया जी। महाराज जी ने इशनान किया ते साहिब सतगुरु जी ने पाठ जाप करके सतगुरु पातशाह जल पानी छकदे आ। दुध पानी जदों सतगुरां ने छकिया, परिवार सेवा दे विच है जी। जद नूं ना महाराज इत्थे फिर सिखां नूं बचन करदे आ। सतगुरु कहन लगे, ਸਿੰਘੋ
ਵੀ ਇੱਥੇ ਆਪਾਂ ਹੁਣ ਕੁਝ ਸਮਾਂ ਸਤਿਗੁਰੂ ਕਹਿੰਦੇ ਵੀ ਹੋਰ ਰੁਕਾਂਗੇ। ਇਧਰੋਂ ਗੁਲਾਬੇ ਪੰਜਾਬੇ ਦੇ ਨਾਲ ਗੱਲ ਇਹ ਸਾਂਝੀ ਕੀਤੀ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਨਗਰ ਦੇ ਵਿੱਚ ਨਿਹਾਲੇ ਖੱਤਰੀ ਦੀ ਮਾਂ ਰਹਿੰਦੀ ਹੈ, ਜਿਹਦਾ ਨਾਮ ਹੈ ਮਾਤਾ ਗੁਰਦਈ। ਤੇ ਪਾਤਸ਼ਾਹ ਕਹਿੰਦੇ ਵੀ ਉਹ ਸਾਨੂੰ ਬਹੁਤ ਲੰਬੇ ਸਮੇਂ ਦੀ ਯਾਦ ਕਰਦੀ ਹੈ। ਮਹਾਰਾਜ ਕਹਿੰਦੇ ਵੀ ਅਸੀਂ ਉਹਨੂੰ ਮਿਲਣਾ ਹੈ, ਵੀ ਤੁਸੀਂ ਪ੍ਰਬੰਧ ਕਰੋ ਮਿਲਣ ਦਾ। ਇਤਿਹਾਸ ਦੇ ਵਿੱਚ ਦੋ ਪੱਖ ਹੈ। ਕਈਆਂ ਨੇ ਇਹ ਬਚਨ ਕੀਤੇ ਕਿ ਗੁਰੂ ਗੋਬਿੰਦ ਸਿੰਘ ਜੀ ਉਹਦੇ ਘਰ ਚੱਲ ਕੇ ਗਏ, ਤੇ ਕਈ ਵਿਦਵਾਨ ਇਹ ਕਹਿੰਦੇ ਵੀ ਮਾਤਾ ਜੀ ਦੇ ਕੋਲ ਉੱਥੇ ਸੁਨੇਹਾ ਪਹੁੰਚਦਾ ਕੀਤਾ, ਮਾਤਾ ਜੀ ਆਪ ਆਈ ਹੈ ਸਤਿਗੁਰਾਂ ਨੂੰ ਦਰਸ਼ਨ ਕਰਨ। ਭਾਵੇਂ ਸਤਿਗੁਰੂ ਚੱਲ ਕੇ ਗਏ ਤੇ ਭਾਵੇਂ ਮਾਂ ਆਪ ਆਈ, ਵੱਡਾ ਮੇਨ ਕਾਰਜ ਇਹ ਕਿ ਸਤਿਗੁਰਾਂ ਦੇ ਦੀਦਾਰ ਹੋ ਗਏ। ਚਾਹੇ ਸਤਿਗੁਰਾਂ ਨੇ ਜਾ ਕੇ ਦੀਦਾਰ ਦਿੱਤੇ ਤੇ ਭਾਵੇਂ ਉੜੇ ਆ ਕੇ ਦਰਸ਼ਨ ਕੀਤੇ ਨੇ। ਇਹਦੇ ਕੋਲੇ ਫਿਰ ਜਿਹੜਾ ਰੇਜਾ ਨਾ ਜੀ, ਖੱਦਰ ਦਾ ਜਿਹੜਾ ਕੱਪੜਾ ਵੱਡਾ ਸਾਰਾ, ਦੇਖੋ ਜੀ ਇਹਨੇ ਇੱਕ ਇੱਕ ਪਹਿਲਾਂ ਤਾਂ ਕਪਾਹ ਨੂੰ ਚੁਣਿਆ, ਇੱਕ ਇੱਕ ਪੂਣੀ ਜਦੋਂ ਕੱਤਦੀ ਹੈ ਚਰਖੇ ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਜਪਦੀ ਪਈ ਹੈ। ਨਾਮ ਜਪਦਿਆਂ ਜਪਦਿਆਂ ਪੂਣੀਆਂ ਕੱਤੀਆਂ ਤੇ ਬਹੁਤ ਸਾਰਾ ਜਦੋਂ ਤਾਗਾ ਇਕੱਠਾ ਹੋ ਗਿਆ ਨਾ, ਗਲੋਟੇ ਬਣ ਗਏ। ਕਈਆਂ ਨੂੰ ਛੱਲੀਆਂ ਸ਼ਬਦ, ਮਾਲਵੇ ਦੇ ਵਿੱਚ ਗਲੋਟੇ ਕਹਿੰਦੇ ਨੇ ਉਹਨਾਂ ਨੂੰ। ਤੇ ਫਿਰ ਇਹ ਕਹਿੰਦੇ ਵੀ ਇੱਕ ਉਸ ਵਕਤ ਜੁਲਾਹੇ ਨੂੰ ਦੇ ਕੇ ਕੱਪੜਾ ਬਣਵਾਇਆ ਇਹਨੇ ਆਪ ਖੁਦ। ਕਿਉਂਕਿ ਤੁਸੀਂ ਇਤਿਹਾਸ ਪੜ੍ਹਿਓ ਕਦੇ, ਇਹ ਖੱਦਰ ਦਾ ਬਹੁਤ ਵੱਡਾ, ਇੱਥੇ ਖੱਦਰ ਦਾ ਭੰਡਾਰ ਹੁੰਦਾ ਸੀ ਜੀ, ਇਲਾਕਾ ਸੀ ਇਹ ਮਾਛੀਵਾੜੇ ਦੇ ਵਿੱਚ। ਖੱਦਰ ਬੜਾ ਵਿਕਦਾ ਸੀ ਉਦੋਂ। ਪ੍ਰਾਤਨ ਸਰੋਤ ਜਿਹੜੇ ਨਾ ਉਹ ਗਵਾਹੀ ਦਿੰਦੇ ਨੇ ਇਸ ਗੱਲ ਦੀ। ਇੱਥੇ ਖੱਦਰ ਦਾ ਜਦੋਂ ਕੱਪੜਾ ਸਤਿਗੁਰੂ ਜੀ ਨੂੰ ਆ ਕੇ ਭੇਟ ਕੀਤਾ, ਚਿੱਟੇ ਰੰਗ ਦਾ ਜੀ, ਯਾਦ ਰੱਖਣਾ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਭੇਟਾ ਕੀਤਾ, ਨਮਸਕਾਰਾਂ ਕੀਤੀਆਂ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਾਤਾ ਗੁਰਦਈ ਦੀ ਭਾਵਨਾ ਨੂੰ ਸਤਿਗੁਰਾਂ ਨੇ ਫਲ ਲਾਇਆ। ਇਧਰੋਂ ਜਦ ਨੂੰ ਕੀ ਹੋਇਆ ਜੀ, ਨਿਹਾਲੇ ਖੱਤਰੀ ਦੀ ਮਾਂ ਦਰਸ਼ਨ ਕਰਕੇ ਭੇਟਾ ਕਰਕੇ ਵਾਪਸ ਚਲੀ ਗਈ। ਜਦ ਨੂੰ ਕਹਿੰਦੇ ਇਸ ਮਾਛੀਵਾੜੇ ਦੇ ਵਿੱਚ ਵਜ਼ੀਰ ਖਾਨ ਦੇ ਭੇਜੇ ਹੋਏ ਦੂਤ ਆ ਗਏ। ਪਤਾ ਲੱਗ ਗਿਆ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ ਵਿੱਚ ਆਏ ਹੋਏ ਨੇ। ਉਹਨਾਂ ਨੇ ਜਿਵੇਂ ਅੱਜ ਕੱਲ੍ਹ ਚਲੋ ਕੋਈ ਗੱਲਬਾਤ ਹੋਵੇ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਨਾ, ਉਦੋਂ ਢੋਲਚੀ ਜਾਂ ਨਗਾਰਚੀ ਆਉਂਦਾ ਹੁੰਦਾ, ਸੱਥ ਦੇ ਵਿੱਚ ਖੜ ਜਾਣਾ ਜਾਂ ਗਲ ਦੇ ਵਿੱਚ ਢੋਲ ਪਾ ਕੇ ਗਲੀਆਂ ਦੇ ਵਿੱਚ ਵਜਾ ਕੇ ਇਹ ਕਹਿਣਾ ਕਿ ਸੁਣੋ ਸੁਣੋ ਸੁਣੋ। ਸਾਰਿਆਂ ਦੇ ਲਈ ਇਹ ਬਚਨ, ਸਾਰਿਆਂ ਦੇ ਵਾਸਤੇ ਹੁਕਮ ਫਰਮਾਨ। ਜਿਹਨੂੰ ਨਾ ਨਹੀਂ ਵੀ ਇੱਛਾ ਹੁੰਦੀ ਨਾ ਸੁਣਨ ਦੀ, ਉਹਨੂੰ ਵੀ ਸੁਣਨਾ ਪੈਂਦਾ ਸੀ ਜੀ। ਇਹ ਸਰਹੰਦ ਵਾਲੇ ਵਜ਼ੀਰ ਖਾਨ ਦਾ ਹੁਕਮ ਹੈ ਕਿ ਜਿਹੜਾ ਵੀ ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹਦੇ ਪਰਿਵਾਰ ਨੂੰ, ਉਹਦੇ ਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇਵੇਗਾ, ਆਪਣੇ ਘਰ ਦੇ ਵਿੱਚ ਰੱਖੇਗਾ, ਵਜ਼ੀਰ ਖਾਨ ਦਾ ਇਹ ਹੁਕਮ ਹੈ ਕਿ ਉਹਦਾ ਬੱਚਾ ਬੱਚਾ ਕੋਹਲੂ ਵਿੱਚ ਦੀ ਭੀੜ ਦਿੱਤਾ ਜਾਏਗਾ। ਹੁਣ ਜਦੋਂ ਇੰਨੀ ਗੱਲ ਗੁਲਾਬੇ ਪੰਜਾਬੇ ਦੀਆਂ ਘਰ ਵਾਲੀਆਂ ਨੇ ਸੁਣੀ, ਤੇ ਇਹਨਾਂ ਨੇ ਮਹਾਰਾਜ ਦੇ ਸਾਹਮਣੇ ਤਾਂ ਨਹੀਂ ਕਿਹਾ, ਪਾਸੇ ਕਰਕੇ ਕਹਿੰਦੇ ਵੀ ਮਹਾਰਾਜ ਨੂੰ ਬੇਨਤੀ ਕਰਕੇ ਤੋਰ ਦਈਏ। ਤੇ ਜੇ ਕਿਤੇ ਪਤਾ ਲੱਗ ਗਿਆ ਨਾ, ਸਭ ਕੁਝ ਹੀ ਖਤਮ ਹੋ ਜਾਏਗਾ, ਛੱਡਣਾ ਕੁਝ ਨਹੀਂ ਉਹਨਾਂ ਨੇ। ਅੱਜ ਫਿਰ ਇਹਨਾਂ ਨੇ ਜੀ ਪੰਜਾਬਾ ਗੁਲਾਬੇ ਨੂੰ ਕਹਿੰਦੇ ਗੁਲਾਬਿਆ ਵੀ ਮਹਾਰਾਜ ਨੂੰ ਕਹੋ ਵੀ ਸਤਿਗੁਰੂ ਜੀ ਤੁਸੀਂ ਚਲੇ ਜਾਓ। ਉਹ ਕਹਿੰਦੇ ਵੀ ਜਦੋਂ ਕੋਈ ਗੁਰੂ ਪੀਰ ਆਵੇ ਨਾ, ਉਹਨੂੰ ਸਿੱਧਾ ਨਹੀਂ ਕਹੀਦਾ ਹੁੰਦਾ ਵੀ ਚਲੇ ਜਾਓ। ਇਹਨਾਂ ਨੇ ਆਪਣੇ ਸਿਰ ਤੇ ਮੌਤ ਦੇ ਖੱਫਣ ਬੰਨਿਆ। ਜੇ ਧੱਕਾ ਕੀਤਾ ਇਹਨਾਂ ਨਾਲ ਨਾ, ਇਹਨਾਂ ਨੇ ਆਪਣੇ ਹੱਥ ਕਿਰਪਾਨਾਂ ਦੇ ਮੁੱਠਿਆਂ ਤੇ ਉਸੇ ਵਕਤ ਲੈ ਜਾਣਗੇ। ਇਹ ਆਪਣੇ ਧੜਾਂ ਤੇ ਗਰਦਨਾਂ ਸਿਰ ਨਹੀਂ ਜੇ ਰੇੜੇ। ਕਹਿੰਦੇ ਫਿਰ ਹੋਰ, ਕਹਿੰਦੇ ਵੀ ਇੰਜ ਕਰ, ਕੱਪੜਾ ਲੈ ਕੇ, ਕੱਪੜੇ ਦਾ ਪ੍ਰਬੰਧ ਕਰ ਲਿਆ ਜੀ। ਕੱਪੜਾ ਲਿਆ, ਕੁਝ ਮਿੱਠਾ ਰੱਖਿਆ, ਕੁਝ ਮਾਇਆ ਰੱਖੀ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਦੇਖ ਕੇ ਹੱਸ ਪਏ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਵੀ ਸਾਨੂੰ ਕਹਿੰਦੇ ਨਾ ਇੰਜ ਕਰੋ ਵੀ ਆ ਥੋੜਾ ਸਮਾਂ ਹੋਰ ਰੋਕ ਲੈਣ ਦਿਓ, ਅਸੀਂ ਕਹਿੰਦੇ ਚਲੇ ਜਾਵਾਂਗੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਿਰਪਾ ਕਰੋ। ਦੇਖੋ ਜੀ, ਇੱਕ ਦਿਨ ਪੂਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰ ਨਹੀਂ ਜੇ ਰੱਖ ਸਕੇਗੇ। ਕਲਗੀਧਰ ਪਾਤਸ਼ਾਹ ਜੀ ਨੂੰ ਵਾਰ-ਵਾਰ ਕਹਿੰਦੇ,
ਇਸੇ ਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨਿਰੈ। ਯਾਦ ਰੱਖਣਾ ਜੀ, ਦੋ ਤਰ੍ਹਾਂ ਦਾ, ਇੱਕ ਤਾਂ ਹੁੰਦਾ ਰਾਤ ਦਾ ਹਨੇਰਾ ਤੇ ਇੱਕ ਹੁੰਦਾ ਪ੍ਰਕਾਸ਼, ਚਾਨਣ ਤੇ ਹਨੇਰਾ। ਦੋ ਚੀਜ਼ਾਂ ਨੇ ਨਾ, ਇੱਕ ਚਾਨਣ ਇੱਕ ਹਨੇਰਾ। ਚਾਨਣ ਦੇ ਵਿੱਚ ਜਦੋਂ ਵੀ ਕੋਈ ਇਨਸਾਨ ਤੁਰਦਾ ਤੇ ਉਹਦਾ ਪਰਛਾਵਾਂ ਉਹਦੇ ਨਾਲ ਨਾਲ ਚੱਲਦਾ ਹੈ, ਤੇ ਜਦੋਂ ਹਨੇਰਾ ਹੋਵੇ ਨਾ, ਹਨੇਰੇ ਦੇ ਵਿੱਚ ਕਦੇ ਸਰੀਰ ਦੇ ਤਣ ਦੇ ਪਰਛਾਵੇਂ ਨਹੀਂ ਜੇ ਬਣਿਆ ਕਰਦੇ। ਕਹਿਣ ਦਾ ਮਤਲਬ ਇਹ ਕਿ ਜਦੋਂ ਇਨਸਾਨ ਦੇ ਕੋਲੇ ਸੁੱਖ ਦਾ ਚਾਨਣ, ਸੁੱਖ ਦੇ ਸਾਧਨ ਨੇ, ਜਿਹੜਾ ਨਹੀਂ ਵੀ ਜਾਣਦਾ ਉਹ ਵੀ ਕਹਿ ਦਿੰਦਾ ਵੀ ਇਹਨੂੰ ਮੈਂ ਜਾਣਦਾ ਹਾਂ, ਬੜੀ ਸਾਂਝਦਾਰੀ ਪਾ ਲੈਂਦਾ ਹੈ। ਪਰ ਜਦੋਂ ਦੁੱਖ ਦਾ ਸਮਾਂ ਆ ਜਾਏ ਨਾ, ਉਦੋਂ ਕਹਿੰਦੇ ਫਿਰ ਕੋਈ ਵੀ ਨੇੜੇ ਨਹੀਂ ਜੇ ਖੜਦਾਗਾ, ਉਦੋਂ ਕਹਿੰਦੇ ਵੀ ਅਸੀਂ ਤੁਹਾਨੂੰ ਜਾਣਦੇ ਤੱਕ ਨਹੀਂ। ਆਪ ਦਾ ਖੂਨ ਵੀ ਛੱਡ ਜਾਂਦਾ ਜੀ ਉਦੋਂ ਤਾਂ। ਇੱਥੇ ਹੁਣ ਜਦੋਂ ਇਹਨਾਂ ਨੇ ਗੁਰੂ ਘਰ ਦੇ ਮਸੰਦ ਕਹਾਉਣ ਵਾਲੇ ਸਨ, ਮਹਾਰਾਜ ਨੂੰ ਨਾ ਰੱਖ ਸਕੇ, ਸਤਿਗੁਰੂ ਜੀ ਨੂੰ ਬੇਨਤੀ ਕਰਦੇ ਜੀ, ਪਰਿਵਾਰ ਡਰਿਆ। ਸਤਿਗੁਰੂ ਕਹਿੰਦੇ ਉਹਦੇ ਤੋਂ ਜ਼ਿਆਦਾ ਤੁਸੀਂ ਡਰੇ ਲੱਗਦੇ ਹੋ, ਤੁਹਾਡੇ ਇਸ ਰੂਪੇ ਦੀ ਲੋੜ ਨਹੀਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸੰਧਿਆ ਦਾ ਵਕਤ, ਚਰਨਾਂ 'ਚ ਜੋੜਾ ਨਹੀਂ, ਤਿੰਨ ਸਿੰਘ ਨਾਲ ਨੇ ਪਿਆਰੇ, ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਤੇ ਕਲਗੀਧਰ ਪਾਤਸ਼ਾਹ ਜੀ ਨਾ। ਜਦੋਂ ਹੁਣ ਕਹਿੰਦੇ ਵੀ ਸੰਧਿਆ ਦੇ ਵੇਲੇ ਆਹ ਵਕਤ ਸੀ ਜੀ, ਬੱਚੇ ਨੇ ਜਿਹੜੇ ਮਹੱਲਾ ਖੁੱਲ੍ਹਾ ਜੀ ਖੇਡਦੇ ਫਿਰਦੇ ਐ। ਇਹਨਾਂ ਬੱਚਿਆਂ ਦੇ ਵਿੱਚ ਇੱਕ ਮੁਸਲਮਾਨਾਂ ਦੀ ਲੜਕੀ ਹੈ ਜੀ, ਜਿਸ ਬੱਚੀ ਦਾ ਨਾਮ ਇਤਿਹਾਸ ਦੇ ਵਿੱਚ ਰਜਨੀ ਕਰਕੇ ਲਿਖਿਆ। ਉਸ ਬੱਚੀ ਨੇ ਜਦੋਂ ਖੇਡਦੀ ਖੇਡਦੀ ਕਹਿੰਦੇ ਰੁਕ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿਹਰੇ ਦੇ ਦੀਦਾਰ ਕੀਤੇ, ਸਿੰਘਾਂ ਨੂੰ ਦੇਖਿਆ, ਸਤਿਗੁਰੂ ਜੀ ਤੁਰੇ ਜਾ ਰਹੇ ਹੈ। ਉਹਨੇ ਆਪਣੀ ਵਿੱਚੇ ਖੇਡ ਛੱਡੀ ਤੇ ਘਰ ਗਈ ਹੈ। ਘਰ ਜਾ ਕੇ ਕਹਿਣ ਲੱਗੀ, ਇਹਨਾਂ ਦਾ, ਇਹ ਜਿਹੜੀ ਬੀਬੀ ਰਜਨੀ ਹੈ ਨਾ, ਇਹਦੇ ਪਿਤਾ ਜੀ ਨੇ ਭਾਈ ਗੜੀ ਖਾਂ ਨਬੀ ਖਾਂ, ਇਹ ਇਹਨਾਂ ਦੇ ਪਰਿਵਾਰ ਦੀ ਬੱਚੀ ਹੈ ਜੀ, ਇਹਨਾਂ ਦੀ ਧੀ ਹੈ। ਤੇ ਇੱਥੇ ਆ ਕੇ ਕਹਿਣ ਲੱਗੀ, ਅੱਬੂ ਜਾਨ, ਹੇ ਮੇਰੇ ਪਿਤਾ, ਕਿ ਜਿਨ੍ਹਾਂ ਦੀ ਤੁਸੀਂ, ਜਿਸ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਗੱਲ ਸੁਣਾਉਂਦੇ ਹੋ, ਕਿਉਂਕਿ ਇਹ ਸੁਦਾਗਰ ਸਨ ਘੋੜਿਆਂ ਦੇ, ਮਹਾਰਾਜ ਇਹਨੂੰ ਕਈ ਵਾਰੀ ਘੋੜੇ ਦੇ ਕੇ ਆਇਆ ਕਰਦੇ ਗੁਰੂ ਗੋਬਿੰਦ ਸਿੰਘ ਜੀ ਨੂੰ। ਵਧੀਆ ਘੋੜਾ ਆਉਣਾ ਨਾ, ਇਹਨੂੰ ਪਤਾ ਲੱਗਣਾ ਵੀ ਮਹਾਰਾਜ ਘੋੜਿਆਂ ਦੇ ਬੜੇ ਸ਼ੌਕੀਨ ਨੇ, ਸਤਿਗੁਰੂ ਘੋੜਾ ਰੱਖਣਗੇ, ਚੰਗੇ ਤੋਂ ਚੰਗਾ ਘੋੜਾ ਆਨੰਦਪੁਰ ਸਾਹਿਬ ਲੈ ਕੇ ਜਾਣਾ। ਅੱਜ ਕਲਗੀਧਰ ਪਾਤਸ਼ਾਹ ਜੀ ਦੇ ਬਾਰੇ ਜਦੋਂ ਸੁਣਿਆ, ਦੱਸਿਆ ਵੀ ਸਤਿਗੁਰੂ ਜੀ ਨਾ ਗੁਲਾਬੇ ਪੰਜਾਬੇ ਚੌਧਰੀ ਦੇ ਘਰੋਂ ਮਹਾਰਾਜ ਇਸ ਤਰਫ ਜਾ ਰਹੇ ਨੇ। ਅੱਜ ਦੋਨਾਂ ਭਰਾਵਾਂ ਨੇ ਜੀ ਜੋ ਕਰਦੇ ਸੀ ਵਿੱਚੇ ਛੱਡਿਆ, ਭੱਜ ਕੇ ਗਏ ਆ ਦੋਨੋਂ। ਕਲਗੀਧਰ ਪਾਤਸ਼ਾਹ ਜੀ ਨੂੰ ਜਾਂਦਿਆਂ ਦੇਖ ਕਹਿਣ ਲੱਗੇ ਨਾ, ਮੂਰਤੀ ਆ ਗਏ ਨੇ। ਤੇ ਸਿੰਘ ਵੀ ਇੱਕਦਮ ਸੁਚੇਤ ਹੋ ਗਏ। ਉਹਨਾਂ ਨੂੰ ਇੰਜ ਲੱਗਿਆ ਵੀ ਜਿਵੇਂ ਕੋਈ ਮੁਗਲ ਹਕੂਮਤ ਦੇ ਬੰਦੇ ਹੁੰਦੇ ਆ। ਉਹਨਾਂ ਨੇ ਸਤਿਗੁਰੂ ਜੀ ਨੂੰ ਦੇਖਦਿਆਂ ਸਾਰਾ ਹੱਥ ਜੋੜ ਲਏ, ਨਮਸਕਾਰ ਕੀਤੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਆ, ਦਾਤਾ ਜੀ, ਸਾਡੇ ਕੋਲੇ ਵੱਡੇ ਮਹਿਲ ਤਾਂ ਨਹੀਂ, ਚੰਗਾ ਪ੍ਰਬੰਧ ਨਹੀਂ ਸਾਡੇ ਕੋਲ, ਪਰ ਸਤਿਗੁਰੂ ਜੀ ਜਦ ਤੱਕ ਇਸ ਸਰੀਰ ਦੇ ਵਿੱਚ ਚੱਲਦੇ ਹੋਏ ਸਵਾਸ ਨੇ, ਸਤਿਗੁਰੂ ਅਸੀਂ ਤੁਹਾਡੇ ਉੱਤੋਂ ਦੀ ਜਾਨ ਵਾਰ ਦੇਵਾਂਗੇ, ਕਿਰਪਾ ਕਰੋ ਸਤਿਗੁਰੂ ਜੀ, ਸਾਨੂੰ ਸੇਵਾ ਬਖਸ਼ੋ। ਮਹਾਰਾਜ ਨੂੰ ਵਾਰ-ਵਾਰ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਨਾ ਆਪਣੇ ਘਰ ਲੈ ਆਏ। ਘਰ ਜਿਹੋ ਜਿਹਾ ਪ੍ਰਬੰਧ ਸੀ ਜੀ ਉਹੋ ਜਿਹਾ ਕੀਤਾ ਗਿਆ, ਸਤਿਗੁਰਾਂ ਦਾ ਆਸਣ ਲਾਇਆ। ਮਹਾਰਾਜ ਸੱਚੇ ਪਾਤਸ਼ਾਹ, ਇਤਿਹਾਸ ਕਹਿੰਦੇ ਵੀ ਇਹਨਾਂ ਦੇ ਘਰ 3 ਦਿਨ ਸਤਿਗੁਰੂ ਰਹਿੰਦੇ ਨੇ। ਕਲਗੀਧਰ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ, ਜਲ ਪਾਣੀ ਸਭ ਛਕਿਆ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ। ਸਤਿਗੁਰੂ ਕਹਿੰਦੇ ਨਾ, ਗਣੀ ਖਾਂ ਨਵੀ ਖਾਂ, ਹਾਂ ਮਹਾਰਾਜ ਜੀ ਕੀ ਹੁਕਮ ਹੈ? ਸਤਿਗੁਰੂ ਕਹਿੰਦੇ ਵੀ ਇੱਕ ਕਾਰਜ ਕਰੋ ਭਾਈ ਸਾਡਾ। ਮਹਾਰਾਜ ਜੀ ਦੱਸੋ, ਹੁਕਮ ਕਰੋ ਜੋ ਤੁਸੀਂ ਕਹੋਗੇ। ਸਤਿਗੁਰੂ ਕਹਿੰਦੇ ਵੀ ਆ ਸਾਡੇ ਕੋਲੇ, ਕਹਿੰਦੇ ਵੀ ਖੱਦਰ ਦਾ ਥਾਨ ਹੈ, ਵੀ ਇਹਨੂੰ ਨੀਲਾ ਰੰਗ ਦਬਾਓ, ਇਹਨੂੰ ਨੀਲਾ ਰੰਗ ਆ ਕੇ ਲੈ ਕੇ ਆਓ। ਮਹਾਰਾਜ ਜੀ 7 ਬਚਨ। ਇਹ ਚਲੇ ਗਏ ਜੀ, ਲਲਾਰੀ ਕੋਲੇ ਗਏ ਨਾ, ਤੇ ਲਲਾਰੀ ਨੇ ਕੱਪੜਾ ਦੇ ਕੇ ਕਿਹਾ ਵੀ ਕੱਪੜਾ ਬਹੁਤ ਵੱਡਾ ਹੈ, ਵੀ ਇਹਨੂੰ
ਤਕਰੀਬਨ ਘੱਟੋ ਘੱਟ ਕਹਿੰਦੇ ਵੀ 3-4 ਦਿਨ ਲੱਗ ਜਾਣੇ ਨੇ ਵੀ ਰੰਗੜ ਦੇ ਵਿੱਚ। ਜੇ ਮੈਂ ਅੱਜ ਕਹਿੰਦੇ ਘੜੇ 'ਚ ਰੰਗ ਪਾਵਾਂਗਾ ਤੇ ਇਹਨੇ ਕਿਤੇ ਅੱਜ ਤੋਂ ਤੀਜੇ ਦਿਨ ਜਾ ਕੇ ਉਹਨੂੰ ਪੱਕਾ ਰੰਗ ਚੜ੍ਹਦਾ ਹੈ। ਇਹ ਕਹਿੰਦੇ ਜੀ ਕੋਈ ਗੱਲ ਨਹੀਂ ਵੀ ਸਾਡੇ ਜਿਹੜੇ ਸੰਬੰਧੀ ਆਏ ਅਸੀਂ ਉਹਨਾਂ ਨਾਲ ਗੱਲ ਕਰ ਆਈਏ। ਦੱਸਿਆ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਘਰ ਡੇ, ਸਲਾਹ ਕਰਕੇ ਤੁਹਾਨੂੰ ਦੱਸਾਂਗੇ ਵੀ ਜਦੋਂ ਆਏ ਨਾ ਜੀ, ਆ ਕੇ ਫਿਰ ਇੱਥੇ ਮਹਾਰਾਜ ਨੂੰ ਦੱਸਿਆ ਸਤਿਗੁਰੂ ਪਾਤਸ਼ਾਹ ਜੀ ਵੀ ਉਹ ਤਾਂ ਕਹਿੰਦੇ ਵੀ ਜੇ ਅੱਜ ਰੰਗ ਪਾਵਾਂਗੇ ਤੀਜੇ ਚੌਥੇ ਦਿਨ ਜਾ ਕੇ ਰੰਗਿਆ ਜਾਣਾ ਹੈ। ਮਹਾਰਾਜ ਕਹਿੰਦੇ ਭਾਈ ਉਹਨੂੰ ਜਾ ਕੇ ਕਹੋ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਰੰਗ ਪਾ ਦੇ, ਜਦੋਂ ਕੱਪੜਾ ਕੱਢੇਗਾ ਰੰਗੇ ਹੀ ਮਿਲੇਗਾ। ਮਹਾਰਾਜ ਦੇ ਬਚਨ ਜਦੋਂ ਜਾ ਕੇ ਸੁਣਾਏ ਨਾ ਜੀ, ਫਿਰ ਉਹ ਲਲਾਰੀ ਨੇ ਕੀ ਕੀਤਾ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਕਹਿੰਦੇ ਜਦੋਂ ਰੰਗ ਪਾਇਆ, ਵਸਤਰ ਪਾਇਆ ਗਿਆ, ਤੇ ਇਸ ਵਸਤਰ ਨੂੰ ਕਹਿੰਦੇ ਜਦੋਂ ਮਨ ਦੇ ਵਿੱਚ ਫੁਰਨਾ ਪੈਦਾ ਹੋਇਆ ਵੀ ਕੱਪੜਾ ਕੱਢ ਲਵਾਂ ਹੁਣ ਮੈਂ, ਵਸਤਰ ਕੱਢਿਆ ਤੇ ਪੱਕਾ ਰੰਗ ਨੀਲਾ ਚੜ ਗਿਆ ਜੀ। ਇਹਨੂੰ ਲੈ ਆਏ ਜੀ ਘਰ ਅੰਦਰ, ਇਹਨੂੰ ਸੁਕਾਇਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇਹਦੇ ਕਹਿੰਦੇ ਚੋਲੇ ਬਾਣੇ ਬਣਾਏ ਜਾਣ। ਰਾਤ ਨੂੰ ਘਰ ਦੇ ਵਿੱਚ ਦੀਵਾ ਬਲਦਾ, ਅੱਜ ਵਰਗੇ ਪ੍ਰਬੰਧ ਨਹੀਂ। ਗਿੱਠਾਂ ਦੇ ਨਾਲ ਕੱਪੜਾ ਮਿਣਿਆ ਜਾ ਰਿਹਾ ਹੈ, ਗਿੱਠਾਂ ਨਾਲ ਕੱਪੜਾ ਮਿਣ ਕੇ ਕੱਟਿਆ, ਸੂਈ ਤਾਗੇ ਦੇ ਨਾਲ ਕਹਿੰਦੇ ਵੀ ਬਾਣਾ ਤਿਆਰ ਕਰ ਲਿਆ, ਬਿਲਕੁਲ ਬਾਣਾ ਬਣਾ ਲਿਆ। ਇਹਦੇ ਘੱਟੋ ਘੱਟ ਇਤਿਹਾਸ ਕਹਿੰਦਾ ਜੀ 3-4 ਬਾਣੇ ਬਣ ਗਏ, ਐਡਾ ਵੱਡਾ ਥਾਨ ਸੀ ਇਹ। ਜਦੋਂ ਤਿਆਰ ਕੀਤਾ ਗਿਆ, ਬਾਣੇ ਬਣ ਗਏ, ਤੇ ਸਾਹਿਬ ਸਤਿਗੁਰੂ ਜੀ ਦੇ ਲਈ ਕਹਿੰਦੇ ਵੀ ਕੱਪੜਾ ਫੇਰ ਵੀ ਕਾਫੀ ਜ਼ਿਆਦਾ ਬਚ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇੱਕ ਕਹਿੰਦੇ ਵੀ ਪਲੰਗ ਵੀ ਬਣਾਓ, ਤੇ ਸਤਿਗੁਰੂ ਕਹਿੰਦੇ ਹੁਣ ਅਸੀਂ ਇੱਥੋਂ ਜਾਣਾ ਹੈ। ਮੋਰਾਂ ਦੇ ਖੰਭਾਂ ਦਾ ਪ੍ਰਬੰਧ ਕੀਤਾ, ਉਹਦਾ ਚੌਰ ਬਣਾ ਲਿਆ ਗਿਆ, ਪਲੰਗ ਵੀ ਤਿਆਰ ਕਰ ਲਿਆ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਗ ਦੇ ਉੱਤੇ ਸੁਭਾਏ ਮਾਨ ਤੋਂ ਹੋਣ ਤੋਂ ਪਹਿਲਾਂ ਨਾ ਮਹਾਰਾਜ ਨੇ ਕਹਿੰਦੇ ਨੀਲੇ ਰੰਗ ਦਾ ਬਾਣਾ ਧਾਰਨ ਕੀਤਾ, ਔਰ ਸਤਿਗੁਰੂ ਜੀ ਨੇ ਕਹਿੰਦੇ ਜਿਹੜੀ ਦਸਤਾਰ ਸੀ, ਆਪਣੀ ਦਸਤਾਰ ਖੋਲ ਕੇ ਨਾ ਜੂੜਾ ਖੋਲਿਆ, ਤੇ ਸਤਿਗੁਰੂ ਜੀ ਨੇ ਕੇਸ ਪਿੱਛੇ ਸੁੱਟ ਲਏ ਨੇ ਖੋਲ ਕੇ, ਕੰਘਾ ਟੰਗ ਲਿਆ ਕੇਸਾਂ 'ਚ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਨੀਲੇ ਰੰਗ ਦਾ ਜਿਹੜਾ ਕਹਿੰਦੇ ਖੱਦਰ ਦਾ ਕੱਪੜਾ ਸੀ, ਉਹ ਸਤਿਗੁਰੂ ਜੀ ਨੇ ਦਸਤਾਰ ਜਿਵੇਂ ਬੰਨੀ ਜਾਂਦੀ ਹੈ ਨਾ, ਮਹਾਰਾਜ ਨੇ ਉਸ ਤਰ੍ਹਾਂ ਬੰਨ ਲਈ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੀਲੇ ਕੱਪੜੇ ਦੀ ਹੀ ਬੁੱਕਲ ਬਾਰ ਲਈ ਜੀ, ਖੱਦਰ ਦੇ ਕੱਪੜੇ ਦੀ। ਤੇ ਇੱਥੇ ਫਿਰ ਭਾਈ ਗੜੀ ਖਾਂ ਤੇ ਨਵੀ ਖਾਂ ਸਤਿਗੁਰੂ ਪਾਤਸ਼ਾਹ ਜੀ ਦੇ ਵੱਲ ਤੱਕ ਕੇ ਬੇਨਤੀ ਕਰਦੇ ਆ ਵੀ ਸਤਿਗੁਰੂ ਜੀ ਆਪ ਜੀ ਤਾਂ ਕਹਿੰਦੇ ਵੀ ਜਮਾਂ ਉੱਚ ਦੇ ਪੀਰ ਲੱਗਦੇ ਪਏ ਹੋ, ਹੁਣ ਇੱਥੇ ਧਿਆਨ ਦੇਣਾ। ਮਹਾਰਾਜ ਕਹਿੰਦੇ ਵੀ ਅਸਲ ਦੇ ਵਿੱਚ ਅਸੀਂ ਕਹਿੰਦੇ ਬੜੇ ਹੀ ਉੱਚ ਦੇ ਪੀਰ ਆ। ਹੁਣ ਉੱਚ ਦਾ ਪੀਰ ਹੀ ਕਿਉਂ? ਮਹਾਰਾਜ ਚਿੱਟਾ ਬਾਣਾ ਵੀ ਪਹਿਲਾਂ ਕੱਪੜਾ ਸੀ, ਚਿੱਟਾ ਬਾਣਾ ਵੀ ਪਹਿਨ ਸਕਦੇ ਸਨ। ਮਹਾਰਾਜ ਨੂੰ ਕੇਸ ਖੋਲਣ ਦੀ ਕੀ ਲੋੜ ਸੀ? ਸਤਿਗੁਰੂ ਉਸ ਦਾ ਇਹਦਾ ਕਾਰਨ ਸੀ ਜੀ, ਯਾਦ ਰੱਖਣਾ। ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ, ਜਿਸ ਦਿਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮੈਂ ਪ੍ਰਕਰਨ ਚੋਂ ਥੋੜਾ ਪਿੱਛੇ ਜਾਣ ਲੱਗਿਆ, ਇੱਥੇ ਹੀ ਗੱਲ ਲੈ ਕੇ ਆਵਾਂਗੇ, ਯਾਦ ਰੱਖਿਓ ਉੱਚ ਦੇ ਪੀਰ ਕਿਉਂ। ਮਹਾਰਾਜ ਜਿਸ ਦਿਨ ਮੱਕੇ ਜਾਂਦੇ ਆ ਨਾ, ਸ਼੍ਰੀਮਾਨ ਭਾਈ ਗੁਰਦਾਸ ਜੀਆਂ ਨੇ ਬਚਨ ਕਹੇ ਕਿ ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਨੀਲੇ ਰੰਗ ਦਾ ਬਾਣਾ ਸਤਿਗੁਰੂ ਜੀ ਨੇ ਪਹਿਨਿਆ, ਗੁਰੂ ਨਾਨਕ ਸਾਹਿਬ ਜੀ ਨੇ। ਰੱਬੀ ਗੁਰਬਾਣੀ ਅੰਦਰ ਵੀ ਆਇਆ, ਨੀਲ ਵਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੀਲੇ ਰੰਗ ਦਾ ਬਾਣਾ ਧਾਰਨ ਕੀਤਾ। ਕਈ ਵਿਦਵਾਨ ਇਹ ਲਿਖਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਚ ਸ਼ਰੀਫ ਦੇ ਜਿਹੜੇ ਸੰਪਰਦਾਇ ਦੇ ਲੋਕ ਸਨ, ਉਹਨਾਂ ਨੇ ਨੀਲੇ ਰੰਗ ਦਾ ਬਾਣਾ ਸਤਿਗੁਰਾਂ ਨੂੰ ਭੇਟ ਕੀਤਾ ਸੀ। ਮਹਾਰਾਜ ਗਏ, ਇੱਥੇ ਫਿਰ ਸਤਿਗੁਰੂ ਪਾਤਸ਼ਾਹ ਜੀ ਭਾਵੇਂ ਮੱਕੇ ਦੇ ਪਿੱਛੇ ਤੁਸੀਂ ਸੁਣਿਆ ਸੀ, ਬੜੇ ਵਿਸਥਾਰ ਨਾਲ ਆਪ ਨਾਲ ਗੱਲ ਸਾਂਝੀ ਕੀਤੀ ਸੀ। ਸਿਰਫ ਆਪਾਂ ਇਹਦੇ ਵਿੱਚੋਂ ਉੱਚ ਦੇ ਪੀਰ ਦਾ ਸਿਧਾਂਤ ਲੈਣਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਜੀਵਨ ਕਾਜੀ ਨੇ ਮਹਾਰਾਜ ਦੇ ਭਾਵੇਂ ਲੱਤ ਵੀ ਮਾਰੀ, ਸਤਿਗੁਰੂ ਜੀ ਦੇ ਚਰਨਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਕਿ ਟੰਗੋ ਪਕੜ ਘੜੀਸਿਆ, ਜਿਉਂ-ਜਿਉਂ ਸਤਿਗੁਰੂ ਜੀ ਨੂੰ ਫੇਰਦਾ ਮੱਕਾ ਵੀ ਘੁੰਮਿਆ। ਲੋਕ ਇਕੱਠੇ ਹੋਏ,
ਇੱਥੇ ਬਹਾਵਲਪੁਰ ਦਾ ਰਹਿਣ ਵਾਲਾ ਜਿਹੜਾ ਕਾਜੀ ਰੁਕਨਦੀਨ ਆ ਉਹ ਵੀ ਆਏ ਹੈ। ਇਸ ਰੁਕਨਦੀਨ ਕਾਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ 360 ਸਵਾਲ ਕਰਦਾ ਜੀ, ਜਿਨ੍ਹਾਂ ਦੇ ਵਿੱਚੋਂ 3 ਅਹਿਮ ਸਵਾਲ ਸਨ। ਪਹਿਲਾ ਕਿ ਫਕੀਰ ਦਾ ਆਦ ਅੰਤ ਕੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਜਿਹੜਾ ਫਕੀਰ ਸਾਈਂ ਇਸ ਪ੍ਰਮਾਤਮਾ ਅੱਲਾਹ ਤਾਲਾ ਖੁਦਾ ਦੀ ਇਬਾਦਤ ਕਰਨ ਵਾਲਾ ਹੈ ਨਾ, ਉਹ ਪ੍ਰਮਾਤਮਾ ਦੀ ਇਬਾਦਤ ਕਰ ਕਰਕੇ ਕਹਿੰਦੇ ਵੀ ਉਹਦੇ ਵਿੱਚ ਅਭੇਦ ਹੋ ਜਾਏ। ਕਹਿੰਦੇ ਫਕੀਰ ਦਾ ਆਦ ਅੰਤ ਹੀ ਇਹ ਹੈ। ਜਿਨ੍ਹਾਂ ਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਕਿ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹੋ, ਰੱਬ ਵਰਗੇ ਹੋ ਜਾਂਦੇ ਨੇ। ਦੂਸਰਾ ਸਵਾਲ ਸਤਿਗੁਰਾਂ ਨੂੰ ਕੀਤਾ, ਕਹਿੰਦੇ ਇਹ 'ਚ ਸੰਗੀਤ ਦੀ ਮਨਾਹੀ ਹੈ। ਤੁਸੀਂ ਅੱਲਾਹ ਤਾਲਾ ਦੀ ਖੁਦਾ ਦੀ ਇਬਾਦਤ ਹੈ ਜਿਹੜੀ ਗਾ ਕੇ ਕਰਦੇ ਹੋ। ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਮੁਹੰਮਦ ਸਾਹਿਬ ਕੁਰੈਸ਼ੀਆਂ ਖਾਨਦਾਨ ਦੀਆਂ ਲੜਕੀਆਂ ਦੇ ਵਿਆਹ ਦੇ ਵਿੱਚ ਗਏ, ਉਦੋਂ ਉਹਨਾਂ ਕਹਿੰਦੇ ਵੀ ਸੰਗੀਤ ਵੱਜਦਾ ਦੇਖਿਆ ਤੇ ਇੱਕੋ ਗੱਲ ਕਹੀ ਸੀ ਵੀ ਜਿਸ ਸੰਗੀਤ ਦੇ ਵਿੱਚੋਂ ਰੱਬ ਦੀ ਅੱਲਾਹ ਤਾਲਾ ਖੁਦਾ ਦੀ ਇਬਾਦਤ ਕਹਿੰਦੇ ਵੀ ਝਲਕਾ ਮਾਰਦੀ ਹੋਵੇ, ਜਿਹਦੇ ਵਿੱਚ ਰੱਬ ਦੀ ਉਸਤਤ ਕੀਤੀ ਹੋਵੇ, ਅਸ਼ਲੀਲਤਾ ਨਾ ਕਹਿੰਦੇ ਵੀ ਪ੍ਰਗਟ ਹੁੰਦੀ ਹੋਵੇ, ਉਹ ਸੰਗੀਤ ਮਾੜਾ ਨਹੀਂ, ਉਹ ਚੰਗਾ ਹੀ ਚੰਗਾ ਹੈ। ਤੀਸਰਾ ਸਵਾਲ ਜਿਹੜਾ ਸਤਿਗੁਰਾਂ ਨੂੰ ਕੀਤਾ, ਕਹਿਣ ਲੱਗੇ ਜੀ ਤੁਸੀਂ ਸ਼ੈਤਾਨ ਦੇ ਪੱਥਰ ਨਹੀਂ ਮਾਰੇ ਤੇ ਆਪਣੇ ਕੇਸ ਵੀ ਕੱਟ ਕੇ ਨਹੀਂ ਆਏ, ਕਿਉਂਕਿ ਇੱਥੇ ਹੱਜ ਕਰਨ ਵਾਲਾ ਆਪਣੇ ਕੇਸ ਕਤਲ ਕਰਾ ਕੇ ਆਉਂਦਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਸਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ੈਤਾਨ ਆ ਉਹ ਇਨਸਾਨ ਦਾ ਮਨ ਹੈ। ਜਿੱਥੇ ਕੇਸਾਂ ਦੀ ਗੱਲ ਸਤਿਗੁਰੂ ਜੀ ਕਹਿੰਦੇ ਤੁਸੀਂ ਕਰਦੇ ਹੋ ਨਾ, ਬਹਾਵਲਪੁਰ ਦੇ ਰਹਿਣ ਵਾਲੇ ਇਸ ਰੁਕਨਦੀਨ ਕਾਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗਿਆ, ਕਾਜੀ ਰੁਕਨਦੀਨ ਤੇਰੀ ਹੀ ਇਸਲਾਮ ਦਾ ਧਾਰਮਿਕ ਗ੍ਰੰਥ ਕੁਰਾਨ ਦੇ ਵਿੱਚ ਇਹ ਜ਼ਿਕਰ ਆਇਆ, 196 ਨੰਬਰ ਐਤ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇਸਲਾਮ ਦੇ ਵਿੱਚ ਜਨਮ ਲੈਣ ਵਾਲਾ ਇਨਸਾਨ ਰੋਜ਼ੇ ਰੱਖਦਾ ਹੋਵੇ, ਮੱਕੇ ਦੀ ਯਾਤਰਾ ਵੀ ਕਰਦਾ ਹੋਵੇ, ਕਲਮਾ ਪੜ੍ਹਦਾ ਹੋਵੇ, ਜੇ ਕਹਿੰਦੇ ਧਰਮ ਦੇ ਨਾਂ ਦੇ ਉੱਤੇ ਉਹ ਆਪਣੇ ਕਰਮ ਚੰਗੇ ਕਰਦਾ ਹੈ, ਜੇ ਕਹਿੰਦੇ ਆਪਣੇ ਜਿਹੜੇ ਕੇਸ ਨੇ ਉਹ ਕਤਲ ਕਰਾਉਂਦਾ, ਉਹਦਾ ਕੀਤਾ ਹੋਇਆ ਜਿਹੜਾ ਕਰਮ ਫਲ ਹੈ ਕਹਿੰਦੇ ਉਹ ਪੂਰਾ ਨਹੀਂ ਜੇ ਉਤਰਦਾ, ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਰੁਕਨਦੀਨ ਕਾਜੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣਿਆ। ਮੱਕੇ ਸ਼ਾਹ ਨੇ ਫਤਵਾ ਲਾਇਆ ਜਿਹਦੇ ਵਿੱਚ 7 ਫਤਵੇ ਰੁਕਨਦੀਨ ਕਾਜੀ ਨੂੰ ਕਿ ਗੁਰੂ ਨਾਨਕ ਸਾਹਿਬ ਜੀ ਦੇ ਲਈ ਵੀ ਵਰਤਿਆ ਗਿਆ ਕਿ ਗੁਰੂ ਨਾਨਕ ਸਾਹਿਬ ਤੇ ਰੁਕਨਦੀਨ ਕਾਜੀ ਨੂੰ ਕਾਫਰ ਘੋਸ਼ਿਤ ਕਰ ਦਿੱਤਾ ਗਿਆ ਔਰ ਰੁਕਨਦੀਨ ਕਾਜੀ ਦੀ ਜ਼ਮੀਨ ਜਾਇਦਾਦ ਜ਼ਬਤ ਕਰ ਲਈ ਜਾਏ, ਇਹਦੇ ਕੋਰੜੇ ਮਾਰੇ ਜਾਣ, ਇਹਦੇ ਪੱਥਰ ਮਾਰੇ ਜਾਣ, ਇਹਦਾ ਮੂੰਹ ਕਾਲਾ ਕੀਤਾ ਜਾਏ, ਇਹਨੂੰ ਦਰਖਤ ਦੇ ਨਾਲ ਪੁੱਠਾ ਟੰਗਿਆ ਜਾਏ। ਇੱਥੋਂ ਤੱਕ ਕਹਿ ਦਿੱਤਾ ਕਿ ਧਰਤੀ ਵਿੱਚ ਟੋਆ ਪੁੱਟ ਕੇ ਇਹਨੂੰ ਗਲ ਤੱਕ ਵਿੱਚ ਦੱਬ ਦਿੱਤਾ ਜਾਏ ਜਾਂਦੇ ਨੂੰ। ਆਖਰੀ ਸਾਹਾਂ ਤੇ ਪਿਆ ਜੀ। ਨਾਲ ਦੇ ਜਿਹੜੇ ਇਹਦੀ ਸੰਗਤ ਕਰਨ ਵਾਲੇ ਸਨ ਕਹਿੰਦੇ ਸਾਡੇ ਲਈ ਕੋਈ ਉਪਦੇਸ਼। ਰੁਕਨਦੀਨ ਕਾਜੀ ਕਹਿਣ ਲੱਗਾ ਜੇ ਮੇਰਾ ਉਪਦੇਸ਼ ਲੈਣਾ ਚਾਹੁੰਦੇ ਹੋ ਗੱਲ ਧਿਆਨ 'ਚ ਰੱਖਣੀ। ਇੱਕ ਤਾਂ ਕਹਿੰਦੇ ਵੀ ਆਪਣਾ ਜਿਹੜਾ ਰਾਹਿਬਰ ਹੈ, ਆਪਣਾ ਪੀਰ ਹੈ, ਕਹਿੰਦੇ ਵੀ ਉਹ ਗੁਰੂ ਨਾਨਕ ਸਾਹਿਬ ਜੀ ਨੇ, ਅੱਲਾਹ ਤਾਲਾ ਖੁਦਾ ਦੇ ਸਰੂਪ, ਉਹ ਨਹੀਂ ਜੀ। ਦੂਸਰਾ ਬਚਨ ਕਿਹਾ, ਕਹਿੰਦੇ ਜੇ ਮੇਰੀ ਗੱਲ ਮੰਨਦੇ ਹੋ, ਗੁਰੂ ਨਾਨਕ ਸਾਹਿਬ ਨੂੰ ਆਪਣਾ ਤੁਸੀਂ ਵੀ ਪੀਰ ਮੰਨਦੇ ਹੋ, ਤਾਂ ਕਹਿੰਦੇ ਅੱਜ ਤੋਂ ਬਾਅਦ ਨਾ ਕਹਿੰਦੇ ਆਪਣੀ ਔਲਾਦ ਦੇ ਨਾਂ ਤੁਸੀਂ ਕਹਿੰਦੇ ਕੇਸ ਨਾ ਕਦੀ ਵੀ ਕਤਲ ਕਰਾਇਓ। ਇਹਨਾਂ ਨੇ ਗੱਲ ਮੰਨੀ ਜੀ। ਬਹਾਵਲਪੁਰ ਲਾਹੌਰ ਤੋਂ ਤਕਰੀਬਨ 60 ਮੀਲ ਦੂਰ ਜੀ ਇੱਕ ਉੱਚ ਨਗਰ ਪੈਂਦਾ ਹੈ। ਇਸ ਨਗਰ ਦੇ ਅੰਦਰ ਇਹਨਾਂ ਨੇ ਕਹਿੰਦੇ ਇੱਥੇ ਜੀ ਮਦਰਸਾ ਸ਼ੁਰੂ ਕੀਤਾ, ਜਿਹਨੂੰ ਪਾਠਸ਼ਾਲਾ ਸਕੂਲ ਕਹਿ ਦਈਏ। ਬੱਚੇ ਪੜ੍ਹਨ ਆਉਂਦੇ ਹੈ, ਸਿੱਖਿਆ ਇੱਕੋ ਦਿੰਦੇ ਆ ਵੀ ਕੇਸ ਨਹੀਂ ਜੇ ਕਤਲ ਕਰਾਉਣੇ। ਜਿਹੜਾ ਇਸ ਵਿਦਿਆਲੇ ਦਾ, ਇਸ ਮਦਰਸੇ ਦਾ ਜਿਹੜਾ ਮੁਖੀ ਹੈ ਨਾ, ਜਿਵੇਂ ਅੱਜ ਕੱਲ੍ਹ ਆਪਾਂ ਸਕੂਲ ਦਾ ਪ੍ਰਿੰਸੀਪਲ ਕਹਿ ਦਿੰਦੇ, ਜਿਹੜਾ ਮੁਖੀ ਹੈ ਜੀ ਉਹ ਨੀਲੇ ਰੰਗ ਦਾ ਬਾਣਾ, ਨੀਲੇ ਰੰਗ ਦੇ ਕੱਪੜੇ ਧਾਰਨ ਕਰਕੇ ਰੱਖਦਾ। ਜਿਹੜਾ ਉਹ ਗੱਦੀ ਦੇ ਉੱਤੇ ਬੈਠਦਾ, ਉਹਦੇ ਨਾਮ ਦੇ ਨਾਲ ਇੱਕ ਸ਼ਬਦ ਲੱਗਦਾ, ਭਾਵੇਂ ਉਹ ਕੋਈ ਵੀ ਹੋਵੇ, ਕੋਈ ਵੀ ਨਾਮ ਹੋਵੇ, ਉਹਨੂੰ ਉੱਚ ਦਾ ਪੀਰ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਚ ਦੇ ਪੀਰ ਤਾਂ ਬੜੇ ਕਿਉਂਕਿ ਉੱਚ ਦਾ ਪੀਰ ਆਪਣੀਆਂ ਮੁੱਛਾਂ ਨਹੀਂ ਸੀ ਕਟਾਉਂਦਾ। ਹੋਰ ਮੁਸਲਮਾਨਾਂ ਨੂੰ ਦੇਖੋ ਮੁੱਛਾਂ ਕੱਟੀਆਂ ਹੁੰਦੀਆਂ, ਦਾੜੀ ਰੱਖੀ ਹੁੰਦੀ, ਉਹਨਾਂ ਦੇ ਸਿਰ ਦੇ ਕੇਸ ਵੀ ਕੱਟੇ ਹੁੰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਫਿਰ ਜਦੋਂ ਇੱਥੋਂ ਮਹਾਰਾਜ ਦਾ ਪਲੰਗ ਕਹਿੰਦੇ ਵੀ ਜਦੋਂ ਚੁੱਕਣ ਲੱਗੇ ਨਾ, ਇੱਕ ਬੇਨਤੀ ਕੀਤੀ, ਕਹਿਣ ਲੱਗੇ ਦਾਤਾ ਜੀ
रास्ते विच कोई भी मिले जवाब असी देवांगे, पर तुसी कुछ नहीं जे बोलना, असी आप ही जवाब देवांगे। गणी खां ते नवी खां दोनों अगे लग गए। प्यारे धर्म सिंह ते प्यारे दया सिंह जी ये पिछे लगे ने, इन्होंने पलंग चुक्या। भाई मान सिंह जी मोरां दे खंभां दा चवर कर दिया सतगुरां नूं। महाराज दा जदों पलंगा चुक के लैके आए ना, इतिहास विच जिक्र हुंदा है कि आला दवाला कहंदे इस्लाम दे लोकां ने फौजी दस्ते ने घेर रखिया। पता लग्या भी इस इलाके च गुरु गोबिंद सिंह जी आए हुए है। अज पलंग नूं आउंदा देख के महाराज दी शनागत दे वास्ते ना इन्हां ने कुछ क पीर इकट्ठे कीते ने। चिराग शाह दा ज़्यादा जिक्र मिलदा है जी, चिराग दीन काज ओहदा ज़्यादा जिक्र मिलदा है। कहंदे उहनूं लैके आए भी तू गुरु गोबिंद सिंह दी शनागत तू करनी है, तैनूं पता है, क्योंकि यह महाराज दे दरबार दे विच सिखां नूं फारसी दी विद्या पढ़ाया करदा सी। गुरु गोबिंद सिंह साहब महाराज सच्चे पातशाह जी नूं हुण जदों ना जी पलंगा लैके आए, इत्थे फिर इतिहास कहंदा भी उस जगह ते ले आए जिथे गुरुद्वारा किरपान भेट साहिब है ना, इत्थे आ गए है। शनागत शुरू हो गई। वो पुछदे आ, कहन लगे जी भी कौन ने ये जिहड़े कहंदे पलंग ते बैठे है। भाई गणी खां नवी खां ने जवाब दिता, कहंदे जी उच्च दे पीर हन। कहंदे भी उच्च दे पीर इत्थे की करदे ने। फिर उन्हां अगों जिहड़ा जवाब दिता ना, कहंदे भी यह मक्के दा हज करके आए ने, यात्रा भी मन कीता भी इस इलाके दे विच आ जाइए। इतिहास दे विच जिक्र हुंदा है कि हेर के मलेश कहे नील पेस धार कौन जात। गुरु गोबिंद सिंह महाराज सच्चे पातशाह जी दे लई कहंदे जिहड़े हेरां दे कहंदे ना, हेरां लुधियाणे दे नेड़े पै जांदा है, इत्थों दे मलेश लोक तुरक लोक सन जिहड़े पुछदे सन भी गुरु ये कौन हन। जिक्र आया कहंदे हेर के मलेश कहे नील भेस धार कौन। कहंदे भी नीले बाणे वाला नीले भेस वाला कौन है। तांसो गणी नबी मुख ऐसे कहे अलामदा। भाई गणी खां ते नवी खां ने अपने मुख तो इस तरह बचन कहे, उच्च संदा पीर दस्तगीर है हमारो यह। कहंदे भी उच्च दे पीर ने, साडा पीर है ये, साडे घर दे विच ठहरे सन, असीं सेवा कीती इन्हां दी। खलक उधार बेको मक्के जीते आमदा। कहंदे भी यह सारी खलकत दा उधार करन दे वास्ते कहंदे मक्के तो यात्रा करके इधर नूं आए ने। ते भाई कोयर सिंह जी ने एक बचन किया, कहन लगे ना उच्च पीर गुरु हाजी भए, गुर हाजी भए जा कहो भेख तुरक सिर डाई। इत्थे फिर जिन्ने भी कहंदे तुरक लोक ने ना, उच्च दा पीर नाम सुन के गुरु गोबिंद सिंह महाराज सच्चे पातशाह जी का जदों हुण नाम सुने भी उच्च दे पीर डे पैरां चों जोड़ा ला दिता। क्योंकि उच्च दे पीर दा मुसलमानी मत दे विच एडा कि सन्मान ते सत्कार है जी। जिवें अपने श्री अकाल तख्त साहब दे सिंह साहब जी होण, सिर्फ मैं एक बेनती करन लग्या, तुलना नहीं, सिर्फ एक उदाहरण देन लगे है। जिवें अपने श्री अकाल तख्त साहब जी दे सिंह साहब होण, क्योंकि सिंह साहब जी नूं सिर्फ फतेह बुलाई जाती है, उन्हां नाल हथ नहीं जे मिलाया जाता। वो आप हथ कड्ढण तां वखरी गल, पर उन्हां नूं फतेह गजाई जाती है। उच्च दे पीर दा इन्ना सन्मान करते हैं मुसलमान लोग, पैरां चों जोड़ा ला के पिछे खड़ जाते, हथ जोड़ लेंदे ने। वो भावें किहो जिहा भी होवे, इत्थों तक कि हिंदुस्तान दा बादशाह भी नमस्कारा करदा उच्च दे पीर नूं। अज साहिब सतगुरु गुरु गोबिंद सिंह साहब महाराज सच्चे पातशाह जी बारे जो उच्च दे पीर दे बचन सुने ना, फिर नाल कहंदे ने असी कहंदे भी इन्हां दी सेवा करनी चाहुंदे, असी भी कोई सेवा कर लईए। फिर इत्थे गऊ दे मांस का जिक्र मिलदा जी, लैके आए ने, गां वढ़ के लिआंदी ताजी वड्डी हुई, मांस बनाया लैके आए ने। कहंदे भी उच्च दे पीर ने असी सेवा करनी है, भी कहंदे भी ये मांस खाड़। हुण गणी खां ते नवी खां ये कहंदे समझदे सन भी गुरु साहब नूं गां दा मांस खवाउणा चाहुंदे, ते महाराज सच्चे पातशाह जी दे लई फिर उन्होंने बचन कहे, कहंदे जी इन्हां पीरां दे रोजे चलदे आ, ना तां कहंदे कुछ ये मुख तो बोलदे आ ते ना कुछ खांदे ने। बचन कहे ना कहंदे कुछ खांदे आ ना मुख तो, वो कहंदे इन्हां दे मरीदां नूं छकाओ, जिहड़े नाल दे उन्हां नूं छकाओ। फिर इत्थे सतगुरु जी ने इशारा किया, अस्थान किरपान भेट साहिब अस्थान बनया होया लाइव चलदा, मैं बेनती करदा पिया
ਇਤਿਹਾਸਕ ਤੱਥ ਹੈ। ਤੁਸੀਂ ਕਦੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਪੜ੍ਹਨਾ, ਉਹਨਾਂ ਨੇ ਵੀ ਹੋਰ ਵਿਦਵਾਨਾਂ ਨੇ ਵੀ ਇਸ ਗੱਲ ਦਾ ਚਰਨ ਚੱਲੋ ਮਾਰਗ ਗੋਬਿੰਦ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਚੰਦਰ ਕਥਾ ਹੁੰਦੀ ਕਿ ਕਲਗੀਧਰ ਪਾਤਸ਼ਾਹ ਇਸ਼ਾਰਾ ਕਰਦੇ ਆ, ਕਹਿੰਦੇ ਅਰਦਾਸ ਕਰਕੇ ਕਹਿੰਦੇ ਕਿਰਪਾਨ ਭੇਟਾ ਕਰੋ। ਜਦੋਂ ਉਹਨੂੰ ਢੱਕ ਕੇ ਨਾ ਅਰਦਾਸ ਕੀਤੀ ਗਈ, ਜਦੋਂ ਭੋਗ ਲਵਾਓ ਕਿਹਾ ਕਿਰਪਾਨ ਭੇਟਾ ਕੀਤੀ, ਕਹਿੰਦੇ ਉਹ ਜਿਹੜਾ ਗਊ ਦਾ ਮਾਸ ਸੀ ਕੜਾਹ ਪ੍ਰਸ਼ਾਦੀ ਦੇਗ ਦੇ ਵਿੱਚ ਤਬਦੀਲ ਹੋ ਗਿਆ। ਇਸਲਾਮ ਦੇ ਲੋਕ ਜਦੋਂ ਉਹ ਦੇਖਦੇ ਆ, ਉਹਨਾਂ ਨੂੰ ਇੰਜ ਲੱਗਿਆ ਵੀ ਮਾਸ ਹੈ। ਤੇ ਸਤਿਗੁਰੂ ਜੀ ਨੇ ਇੱਥੇ ਕਲਾ ਵਰਤਾ ਦਿੱਤੀ ਜੀ ਕਿ ਗੁਰਪ੍ਰਸਾਦ ਭਰਮ ਕਾ ਨਾਸ ਕਰ ਦਿੱਤਾ ਹੈ। ਸਤਿਗੁਰੂ ਜੀ ਫਿਰ ਇੱਥੋਂ ਚੱਲੇ, ਉਹਨੂੰ ਛਕਿਆ ਨਹੀਂ ਜੋ ਉਸੇ ਤਰ੍ਹਾਂ ਛੱਡੇ ਆਏ ਨੇ। ਅੱਗੇ ਚੱਲੇ ਜੀ। ਇਤਿਹਾਸ ਇਹ ਕਹਿੰਦੇ ਜੀ ਰਾਜਨੀਤੀ ਤਾਂ ਇਹ ਹੈ ਨਾ ਕਿਸੇ ਦਾ ਨੁਕਸਾਨ ਕਰੋ ਨਾ ਆਪਣਾ ਹੋਣ ਦੇਵੋ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਚਪੀਤੇ ਸਤਿਗੁਰੂ ਲੰਘੇ। ਤੇ ਸਤਿਗੁਰਾਂ ਦਾ ਜਿਹੜਾ ਪਲੰਗ ਹੈ ਇਹ ਜਦੋਂ ਇਲਾਕੇ ਦੇ ਵਿੱਚੋਂ ਚੱਲਦੇ ਹੋਏ ਜੀ ਲੱਲ ਕਲਾਂ, ਕੁੱਬੇ, ਕਨੇਚ, ਹੇਰਾਂ ਦਰਾਹੇ ਦਾ ਇਲਾਕਾ ਆ ਗਿਆ। ਇਸ ਤਰਫ ਤੋਂ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਪਲੰਗ ਹੈ ਨਾ ਲੰਮੇ ਜੱਟ, ਮਾਫ ਕਰਨਾ, ਆਲਮਗੀਰ ਦੀ ਧਰਤੀ ਤੇ ਸਤਿਗੁਰਾਂ ਦਾ ਪਲੰਗ ਲੈ ਆਏ ਹੈ। ਆਲਮਗੀਰ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੈ, ਤੇ ਕਈ ਤਾਂ ਸਾਡੇ ਆਲਮਗੀਰ ਸਾਹਿਬ ਵੀ ਕਹਿੰਦੇ ਨਾ, ਬੇਨਤੀ ਕਰਾਂ ਸਥਾਨ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ। ਆਲਮਗੀਰ ਇਹਨੂੰ ਤਾਂ ਕਹਿੰਦੇ, ਇਹ ਸ਼ਹਿਰ ਅਸਲ ਦੇ ਵਿੱਚ ਔਰੰਗਜ਼ੇਬ ਦਾ ਵਸਾਇਆ ਹੋਇਆ। ਇਹ ਔਰੰਗਜ਼ੇਬ ਦੇ ਨਾਮ ਆਲਮਗੀਰ ਬਾਦਸ਼ਾਹ ਲੱਗਦਾ ਸੀ, ਉਹਦੇ ਨਾਮ ਦੇ ਨਾਲ ਉਹਨੂੰ ਆਲਮਗੀਰ ਜਾਪਣਾ, ਬੜੇ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਸਨ। ਇਹ ਔਰੰਗਜ਼ੇਬ ਦਾ ਵਸਾਇਆ। ਮਹਾਰਾਜ ਜਦੋਂ ਇੱਥੇ ਆਏ ਨਾ, ਇਤਿਹਾਸ ਕਹਿੰਦਾ ਸਤਿਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਕਹਿੰਦੇ ਕੇਸਾਂ ਨੂੰ ਕੰਘਾ ਕੀਤਾ ਜੀ। ਮਹਾਰਾਜ ਨੇ ਜੂੜਾ ਕੀਤਾ, ਕੇਸ ਕੀ ਸਜਾਈ। ਸਤਿਗੁਰਾਂ ਨੇ ਫਿਰ ਦਸਤਾਰ ਸਜਾ ਲਈ ਹੈ। ਜੋ ਦਮਾਲਾ ਸਜਾਇਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਇੱਥੇ ਫਿਰ ਹੁਣ ਭਾਈ ਗੜੀ ਖਾਂ ਤੇ ਨਵੀ ਖਾਂ ਨੂੰ ਮਹਾਰਾਜ ਪਲੰਗ ਤੋਂ ਖੜੇ ਹੋ ਕੇ ਸਤਿਗੁਰਾਂ ਨੇ ਦੋਨਾਂ ਨੂੰ ਜੱਫੀ 'ਚ ਲੈ ਲਿਆ। ਬੜਾ ਪਿਆਰ ਦਿੱਤਾ, ਇੰਨਾ ਕੁ ਪਿਆਰ ਕੀਤਾ। ਦੇਖੋ ਜੀ ਮੁਸਲਮਾਨ ਭਰਾ ਹਨ, ਮੈਂ ਇੱਕ ਬੇਨਤੀ ਹੋਰ ਕਰਾਂ। ਜਿਸ ਦਿਨ ਸਤਿਗੁਰੂ ਪਾਤਸ਼ਾਹ ਜੀ ਕੋਟਲਾ ਨਿਹੰਗ ਦੇ ਵਿੱਚ ਆਏ, ਉਹ ਵੀ ਮੁਸਲਮਾਨ ਹੈ। ਇਸ ਨਿਹੰਗ ਖਾਨ ਦੀ ਬੇਟੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੀ ਰਹੀ। ਯਾਦ ਰੱਖਣਾ, ਇਹਦਾ ਭਾਵੇਂ ਮੰਗਣਾ ਹੋਇਆ ਸੀ, ਬਸੀ ਪਠਾਣਾ ਦੇ ਵਿੱਚ ਮੰਗੀ ਗਈ ਸੀ ਇਹ, ਪਰ ਆਪਣੇ ਪਿਤਾ ਨੂੰ ਕਹਿ ਦਿੱਤਾ ਸੀ। ਕਹਿਣ ਲੱਗੇ, ਪਿਤਾ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀ ਜਦੋਂ ਆਏ ਹੋਏ ਜ਼ਾਲਮਾਂ ਨੂੰ ਤੁਸੀਂ ਕਿਹਾ ਕਿ ਇਸ ਕਮਰੇ ਦੇ ਵਿੱਚ ਮੇਰਾ ਧੀ ਤੇ ਮੇਰਾ ਦਮਾਦ ਹੈ। ਕਹਿੰਦੇ ਮੈਂ ਤਾਂ ਉਸੇ ਦਿਨ ਹੀ ਭਾਈ ਬਚਿੱਤਰ ਸਿੰਘ ਨੂੰ ਕਹਿੰਦੇ ਆਪਦਾ ਖਾਵੰਦ ਮੰਨ ਲਿਆ। ਹੁਣ ਕਿਰਪਾ ਕਰਿਓ ਮੈਨੂੰ ਦੂਸਰੇ ਦੇ ਬੂਹਾਂ ਤੇ ਨਾ ਰੋਲਣਾ। ਫਿਰ ਜਿੱਥੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ, ਉੱਥੇ ਤੇ ਕੁਝ ਸਮਾਂ ਜਿੱਥੇ ਭਾਈ ਬਚਿੱਤਰ ਸਿੰਘ ਦੇ ਸਰੀਰ ਦਾ ਸੰਸਕਾਰ ਹੁੰਦਾ ਹੈ, ਇਸ ਬੀਬੀ ਨੇ ਬੈਠ ਕੇ ਕਹਿੰਦੇ ਲੰਬਾ ਸਮਾਂ ਪਰਮਾਤਮਾ ਦੇ ਸਿਮਰਨ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ ਬੈਠਦੀ ਹੈ। ਗੁਰੂ ਸਾਹਿਬ ਨੂੰ ਤੇ ਆਉਂਦੀ ਰਹੀ। ਯਾਦ ਰੱਖਣਾ ਜੀ 1699 ਦੇ ਵਿੱਚ ਜਨਮ ਹੁੰਦਾ, 89 1699 ਤੋਂ ਲੈ ਕੇ 1820 ਤੱਕ ਜਾਉਂਦੀ ਰਹੀ। 130-31 ਸਾਲ ਬਣਦੇ ਨੇ, ਸਿੱਖ ਰਾਜ ਤੱਕ ਜਾਉਂਦੀ ਰਹੀ ਹੈ। ਕਿੱਡਾ ਕ ਅੰਦਰ ਭਰੋਸਾ, ਦ੍ਰਿੜ ਵਿਸ਼ਵਾਸ ਹੋਏਗਾ। ਮੈਂ ਬੇਨਤੀ ਜੋ ਆਪ ਜੀ ਨੂੰ ਕਰਦਾ ਪਿਆ ਸਾਂ ਕਿ ਸੇਵਾ ਕੀਤੀ ਸਾਹਿਬ ਸਤਿਗੁਰਾਂ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਫਿਰ ਪਵਿੱਤਰ ਹੁਕਮਨਾਮਾ ਸਾਹਿਬ ਸਤਿਗੁਰੂ ਪਾਤਸ਼ਾਹ ਆਪਣੇ ਇਹਨਾਂ ਨੂੰ ਕਹਿੰਦੇ ਵੀ ਲਿਖ ਕੇ ਦਿੰਦੇ ਆਪਣੇ ਕਰ ਕਮਲਾਂ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਲਿਖ ਕੇ ਦਿੱਤਾ ਜੀ। ਇੱਕ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪਣੇ ਲੀਕ ਪੁੱਤਰ ਲਿਖਤੀ ਰੂਪ ਦੇ ਵਿੱਚ ਪੁੱਤਰ ਬਣਾਏ ਹੈ। ਇੱਕ ਤਾਂ ਬਿੰਦੀ ਪੁੱਤਰ ਹੁੰਦਾ ਹੈ ਜੀ, ਜੋ ਮਾਤਾ ਪਿਤਾ ਦੇ ਸੰਬੰਧ ਬਾਰੇ ਔਲਾਦ ਦਾ ਜਨਮ ਹੁੰਦਾ ਹੈ। ਦੂਸਰਾ ਨਾਦੀ ਪੁੱਤਰ, ਜੋ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪੈਦਾ ਹੋਏ, ਇਹਨੂੰ ਨਾਦੀ ਪੁੱਤਰ ਖਾਲਸਾ ਕਹਿੰਦੇ ਨੇ। ਇੱਕ ਲਿਖਤੀ ਰੂਪ ਦੇ ਵਿੱਚ ਕਿਸੇ ਨੂੰ ਆਪਣੀ ਗੋਦ ਦੇ ਮਤਵੰਨਾ ਬਣਾ ਕੇ ਕਿਸੇ ਦਾ ਜਨਮਿਆ ਹੋਵੇ ਤੇ ਉਹਨੂੰ ਆਪਣਾ ਪੁੱਤਰ ਬਣਾ ਲੈਣਾ ਲਿਖਤੀ ਰੂਪ ਦੇ ਵਿੱਚ। ਭਾਈ ਗੜੀ ਖਾਂ ਤੇ ਨਵੀ ਖਾਂ ਨੂੰ ਸਤਿਗੁਰੂ ਜੀ ਨੇ ਲਿਖਤੀ ਰੂਪ ਦੇ ਵਿੱਚ ਆਪਣੇ ਲੀਕ ਪੁੱਤਰ ਬਣਾਇਆ। ਹੁਕਮਨਾਮਾ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਲਿਖ ਕੇ ਦਿੱਤਾ ਜੀ। ਇੱਕ ਓੰਕਾਰ ਸਤਿਗੁਰੂ ਜੀਓ ਸ਼੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਬਚਨ ਨੇ,
गणी खां और नबी खां, ये जो हैं मेरे हैं, मेरे फरियंदों से बहज हैं, मेरे काम आए हैं। जो सिख इनकी खिदमत अंदर रजू रहेगा सो निहाल होग, उन ऊपर मेरी खुशी होग, उस ऊपर मेरा हाथ होग। ये जो हैं सो मेरे मेरे हैं, सिख इनकी सेवा। पातशाह जी ने फिर जिहड़ा बचन किया ना, अखीर दे विच बचन करते हुए गुरु गोबिंद सिंह जी कहते ने कि जो सिख इनकी सेवा करेगा सो मेरी सेवा करेगा। जिहड़ा इन्हां दी सेवा दे विच रहेगा, पातशाह कहंदे मेरी सेवा करनगे। ये फिर जदों सतगुरु पातशाह जी कहंदे होर मंगो, की मंगदे हो? कहंदे जी जिउंदे जिस तरह आप जी दे चरनां दे विच, मर के भी आप जी दे चरनां च रहिए। याद रखना, अस्थान ते जाओ, पातशाह जी दे अंदर जिथे सतगुरु जी बैठे सन, उत्थे गुरु ग्रंथ साहिब महाराज दा प्रकाश है, ते अगे खब्बे सज्जे दोने भरावां दीयां कबरां ने। सिख नूं मना कीता होया कबर ते मत्था नहीं जे टेकना। गुरु गोबिंद सिंह जी ने 33 सवैयां दे विच जिक्र मिलदा है कि जागत जोत जपै निस बस्त्र, एक बिना मन नैक ना आनै, पूर्ण प्रेम प्रतीत सजै ब्रत, गोर मड़ी मठ भूल ना मानै। भुल के भी मेरा सिख मड़ी मसाणी नूं मत्था नहीं जे टेकेगा। पर जदों इन्हां दी कीती हुई सेवा कहंदे अगे आउंदी आ, औखे समय गुरु गोबिंद सिंह जी दी सेवा विच रहे ने। भावें किड्डा भी कहंदे अपने आप नूं कट्टड़ सिख अखवाउण वाला होवे, उन्हां नूं देख के हर एक दा सीस चुकदा भी औखे समय काम आए ने सतगुरां दे। घर आ गए जी, इन्हां दी फिर जिहड़ी धी आ ओह पुछदी आ सतगुरां नूं कित्थे छड्डिया ए? कहंदे महाराज ने अगे जाना सी। अच्छा, सतगुरां ने की दिता? हुक्मनामा साहिब दिखाया। कहंदे महाराज ने सानू लिखती रूप दे विच अपने लीक पुत्र बनाया। कहंदे भी अच्छा, तुहानू तां कहंदे भी पुत्र बना लिया ते मैं, वो कहंदे जे असी सतगुरां दे पुत्र लगे ते तू गुरु गोबिंद सिंह जी दी पोती लगी। इतिहास सारा पढ़ के देख लो, गुरु गोबिंद सिंह दी किते भी पोती नहीं। गणी खां ते नबी खां दी धी नूं पोती होण दा जिहड़ा ना खिताब ओनू प्राप्त होया है। डॉक्टर बलबीर सिंह हुणां ने एक कविता लिखी, उहदे विच जिक्र कीता, मैं पोती आवदार मोती। बहुत लंबेरी कविता है, सिर्फ मैं 2 पंक्तियां सांझियां कीतियां ने। फिर ये जिहड़ा पवित्र हुक्मनामा साहिब उस दीवे की रोशनी दे विच भाई गणी खां नबी खां पढ़ते गए। ये जिहड़ी बच्ची है जी सारी रात सुनती गई ते सवेर नूं कहंदी है मैं पोती आवदार मोती। कहंदे सारा दिन ही कहंदे आ गाउंदी रहिंदी है। सतगुरां ने कला वरता दित्ती। इथों महाराज सच्चे पातशाह इलाके नूं तारदे होए कलगीधर पातशाह गुरु गोबिंद सिंह महाराज रायकोट आ गए है। राय कल्ले दा खेत सतगुरु इत्थे आके बैठे ने। इत्थे जदों हुण कहंदे भी पता लग्या राय कल्ले नूं गुरु गोबिंद सिंह महाराज सच्चे पातशाह आए है, ये अपने परिवार दे समेत सतगुरां दे दीदारां दे वास्ते आउंदा है। फिर इत्थे सतगुरु पातशाह जी नूं बेनती करके पुछदा, दाता किरपा करके सेवा बख्शो। फिर इथों हुण गुरु गोबिंद सिंह महाराज सच्चे पातशाह भाई नूरे माही नूं सरहंद तोरदे है। अपने छोटे पुत्रां दी ते माता जी दी खबर मंगवाई, की कुछ वापरिया। इथों तुहाडे नाल जिहड़ा छोटे साहिबजादा दा इतिहास है ना, वो आपां कल रोज इथों लड़ी जो सरसा दे कंढे ते छड्डी सी, इथों कल नूं आपां शुरू करांगे। सतगुरु जी किरपा करन, समय ने अपना पंध मुका लिया। होईयां तमाम भुल्लां दी खिमा। धन श्री गुरु ग्रंथ साहिब महाराज सच्चे पातशाह शहीद सिंह गुरु की संगत बख्शन जोग है, बख्श लेना। अरदास करनी गुरु चरनां अंदर सतगुरु जी इसे तरह आपदे दर दी कथा कीर्तन गुरमत गुरु सेवा पंथ दी सेवा सतगुरु रहिंदे सवासां तक आप विच वरत के लैंदे रहन। भुल्लां उपर बख्शिश दा पड़दा पा के असीसां बख्शो। उचारण करो जी, वाहिगुरु जी का खालसा वाहिगुरु जी की फतेह।